ਔਰ ਇਸੇ ਕੜੀ ਦੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਔਰ ਕੋਈ ਵੀ ਦੁਨੀਆ ਵਿੱਚ ਐਸੀ ਮਿਸਾਲ ਨਹੀਂ ਆਉਂਦੀ, ਔਰ 7 ਦਿਨਾਂ ਦੇ ਵਿੱਚ, ਔਰ ਜਿੱਥੇ 4 ਆਪਣੇ ਸਾਹਿਬਜ਼ਾਦੇ ਔਰ ਮਾਤਾ ਗੁਜਰ ਕੌਰ ਜੀ, ਸਾਰੇ ਦਾ ਸਾਰਾ ਪਰਿਵਾਰ ਵਾਰ ਦਿੱਤਾ ਹੋਵੇ। ਕੋਈ ਇਤਿਹਾਸ ਵਿੱਚ ਐਸੀ ਜਿੰਨੇ ਵੀ ਅਵਤਾਰ ਔਲੀਏ ਪੈਗੰਬਰ ਆਏ ਆ, ਕੋਈ ਅੱਜ ਤੱਕ ਇਹ ਨਹੀਂ ਕਹਿ ਸਕਦਾ। ਔਰ ਜਿਹੜੇ ਵੀ ਗੁਰੂ ਮਹਾਰਾਜ ਜੀ ਦੇ ਨਾਲ ਸਿੰਘ ਗਏ ਆ, ਜਿਵੇਂ ਆਪਾਂ ਉਦਾਹਰਨ ਦੇ ਤੌਰ 'ਤੇ ਗੱਲ ਕਰਦੇ ਹਾਂ, ਈਸਾ ਜੀ ਦੇ ਨਾਲ 13 ਉਹਨਾਂ ਦੇ ਫੋਲੋਵਰ ਗਏ ਸਨ। ਜਦੋਂ ਈਸਾ ਜੀ ਨੂੰ ਸਲੀਬ 'ਤੇ ਚੜ੍ਹਨ ਲੱਗੇ, 13 ਦੇ 13 ਹੀ ਛੱਡ ਗਏ। ਉਹਨਾਂ ਨੇ ਕਿਹਾ ਅਸੀਂ ਇਹਨਾਂ ਦੇ ਚੇਲੇ ਨਹੀਂ, ਇਹ ਸਾਨੂੰ ਗਲਤ ਗੁੰਮਰਾਹ ਕਰਦਾ ਰਿਹਾ। ਇਸੇ ਕਰਕੇ ਹੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਅੰਗਰੇਜ਼ਾਂ ਦੇ ਵਿੱਚ 13 ਸੈਕਟਰ 13 ਨੰਬਰ ਬੜਾ ਮਨਹੂਸ ਗਿਣਿਆ ਜਾਂਦਾ। ਆਪਾਂ ਚੰਡੀਗੜ੍ਹ ਚੱਲ ਜਾਓ, ਉੱਥੇ 13 ਨੰਬਰ ਸੈਕਟਰ ਨਹੀਂ ਮਿਲੇਗਾ। ਕਿਉਂ? ਕਿਉਂਕਿ ਈਸਾ ਜੀ ਦੇ 13 ਚੇਲੇ ਸਨ, 13 ਵਿੱਚੋਂ 13 ਹੀ ਭੱਜ ਗਏ, ਇੱਕ ਨਹੀਂ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ 3 ਸਿੱਖ ਗਏ। ਉਂਝ ਤਾਂ 5 ਗਏ ਸਨ, ਉਹਨਾਂ ਦੀਆਂ ਡਿਊਟੀਆਂ ਜ਼ਿੰਮੇਵਾਰੀਆਂ ਲੱਗੀਆਂ ਸਨ ਕਿ ਸਾਡੇ ਸੀਸ ਨੂੰ ਸੰਭਾਲਣਾ, ਸਾਡੇ ਦੇਹ ਦਾ ਬੇਅਦਬੀ ਨਹੀਂ ਹੋਣ ਦੇਣੀ। ਉਹਨਾਂ ਨੇ ਆਪਣਾ ਕਰਮ ਕੀਤਾ, ਆਪ ਸਾਰਿਆਂ ਨੂੰ ਪਤਾ। ਤਾਂ ਤੇ ਤਿੰਨੇ ਭਾਈ ਦਿਆਲ ਦਾਸ ਜੀ ਔਰ ਭਾਈ ਮਤੀ ਦਾਸ ਜੀ, ਔਰ ਕਿੰਨੇ ਦਰਦਨਾਕ ਉਹਨਾਂ ਨੂੰ ਤਸੀਹੇ ਦਿੱਤੇ ਗਏ। ਇੱਕ ਜਿੰਦੇ ਬੰਦੇ ਨੂੰ ਫੱਟਿਆਂ ਵਿੱਚ ਬੰਨ੍ਹ ਕੇ ਆਰੇ ਦੇ ਨਾਲ ਚੀਰ ਦਿਓ, ਪਰ ਫਿਰ ਨਾ ਤਾਂ ਉਸ ਨੇ ਕੋਈ ਸੀ ਕੀਤੀ ਆ, ਨਾ ਭੀਖ ਮੰਗੀ ਆ ਜਾਣ ਦੀ, ਨਾ ਕੋਈ ਆਪਣਾ ਧਰਮ ਜਿਹੜਾ ਉਹ ਛੱਡਣ ਵਾਸਤੇ ਉਹ ਤਿਆਰ ਹੋਏ। ਔਰ ਇਸੇ ਪ੍ਰਕਾਰ ਭਾਈ ਦਿਆਲ ਦਾਸ ਜੀ, ਦੇਗ ਦੇ ਵਿੱਚ ਇੱਕ ਬੰਦੇ ਨੂੰ ਪਾ ਕੇ ਉਬਾਲ ਦੇਣਾ, ਤੁਸੀਂ ਕਹਿਣਾ ਸੌਖਾ, ਪਰ ਸਾਡੇ ਹੱਥ ਨੂੰ ਪਾਣੀ ਲੱਗ ਜਾਏ ਬੰਦਾ ਕਰਾਉਂਦਾ। ਸਾਰੀ ਚਰਬੀ ਢਲ ਗਈ ਆ, ਪਰ ਗੁਰੂ ਕੀ ਬਾਣੀ ਦੇ ਨਾਲ ਜੁੜ ਕਰਕੇ ਸ਼ਹਾਦਤ ਦਿੱਤੀ। ਜਪਜੀ ਸਾਹਿਬ ਦਾ ਪਾਠ ਕਰਦੇ ਰਹੇ, ਔਰ ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਭੜਥਾ ਬਣਾ ਦਿੱਤਾ। ਔਰ ਤਿੰਨਾਂ ਦੇ 3 ਹੀ ਜਿਹੜੇ ਸਨ ਉਹ ਸ਼ਹੀਦ ਹੋਏ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਇਹ ਰੱਖਿਆ ਗਿਆ ਕਿ ਜਾਂ ਤਾਂ ਸਲਾਮ ਕਬੂਲ ਕਰ ਲਓ, ਜਾਂ ਕਰਾਮਾਤ ਦਿਖਾਓ, ਜਾਂ ਫਿਰ ਸ਼ਹਾਦਤ ਵਾਸਤੇ ਤਿਆਰ ਹੋ ਜਾਵੋ। ਸਤਿਗੁਰ ਕਹਿੰਦੇ ਨਾ ਤਾਂ ਕਰਾਮਾਤ ਦਿਖਾਉਣੀ ਆ, ਇਹ ਇੱਕ ਬਹੁਤ ਨਾਟਕ ਚੇਟਕ ਕੀਏ ਕੁਗਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜੇ ਪ੍ਰਮਾਤਮਾ ਦੇ ਬੰਦੇ ਆ, ਆਪਣੀ ਸਰੀਰ ਨੂੰ ਬਚਾਉਣ ਵਾਸਤੇ ਕਰਾਮਾਤਾਂ ਨਹੀਂ ਦਿਖਾਉਂਦੇ। ਮੈਂ ਨਹੀਂ ਕਰਾਮਾਤ ਦਿਖਾਉਣੀ, ਹਾਂ ਨਾ ਮੈਂ ਆਪਣਾ ਧਰਮ ਛੱਡਣਾ, ਹਾਂ ਸ਼ਹਾਦਤ ਵਾਸਤੇ ਤਿਆਰ ਹਾਂ। ਅੱਜ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਸੱਚਾਈ ਦੀ ਖਾਤਰ, ਪਰਹਿਤ ਦੀ ਖਾਤਰ, ਦੂਸਰਿਆਂ ਦੀ ਖਾਤਰ ਸ਼ਹਾਦਤ ਦਿੱਤੀ ਆ, ਉੱਥੇ ਨਮਸਕਾਰਾਂ ਕਰਨ ਵਾਲਿਆਂ ਦਾ ਤੰਤਾ ਲੰਗਾਰਿੰਦਾ ਦਿਨ ਵੀ ਤੇ ਰਾਤ ਵੀ। ਔਰ ਉਸ ਤੋਂ ਬਾਅਦ ਜਿਸ ਨੇ ਉਸ ਸਮੇਂ ਔਰੰਗਜ਼ੇਬ, ਜਿਸ ਨੇ ਸਤਿਗੁਰਾਂ ਨੂੰ ਤੇ ਸਿੰਘਾਂ ਨੂੰ ਸ਼ਹੀਦ ਕੀਤਾ, ਉਹਦੀ ਕਬਰ ਉੱਤੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ। ਔਰ ਗੁਰੂ ਮਹਾਰਾਜ ਜੀ ਨੇ ਜਦੋਂ ਜ਼ਫਰਨਾਮਾ ਲਿਖ ਕੇ ਉਹਦੀਆਂ ਊਣਤਾਈਆਂ ਸਾਹਮਣੇ ਰੱਖੀਆਂ, ਤੇ ਆਪਣੀ ਸ਼ਰਮਿੰਦਗੀ ਦੇ ਨਾਲ ਆਪ ਹੀ ਮਰ ਗਿਆ। ਜ਼ਫਰਨਾਮੇ ਦੇ ਕਿਤੇ ਤੁਸੀਂ ਸ਼ੇਅਰ ਪੜ੍ਹ ਕੇ ਦੇਖੋ, ਪਤਾ ਲੱਗੇਗਾ। ਤਾਂ ਤੇ ਇਸੇ ਪ੍ਰਕਾਰ ਮੈਂ 5-7 ਮਿੰਟ ਵਿੱਚ ਹੋਰ ਕਰਾਂ। ਆਹ ਜਿਹੜੇ ਦਿਨ ਚੱਲ ਰਹੇ ਆ, ਬੜੇ ਦਰਦਨਾਕ ਦਿਨ ਹੈ। ਆਪਣਾ ਦੇਖਾਂ, ਆਪਾਂ ਆਪਣੇ ਵੱਲ ਝਾਤੀ ਮਾਰਨੀ ਹੈ। ਸਾਨੂੰ ਕੋਈ ਘਰ ਛੱਡਣ ਵਾਸਤੇ ਆਖੇ ਤੇ ਕਿੰਨਾ ਔਖਾ ਹੁੰਦਾ। ਸਾਰੀ ਉਮਰ ਦੀ ਕਮਾਈ ਹੁੰਦੀ ਆ, ਧਨ ਪਦਾਰਥ, ਜੋ ਮਕਾਨ ਬਣਾਇਆ, ਛੱਡਣਾ ਔਖਾ। ਪਰ ਕਲਗੀਧਰ ਪਾਤਸ਼ਾਹ ਜੀ ਨੇ 7 ਮਹੀਨੇ ਦਾ ਉੱਪਰ ਦਾ ਘੇਰਾ ਪੈ ਗਿਆ, ਔਰ ਭੁੱਖ ਦੇ ਦੁੱਖ ਜਿਹੜਾ ਇੱਕ ਛੋਲਿਆਂ ਦੀ ਮੁੱਠ ਦੇ ਉੱਤੇ ਗੁਜ਼ਾਰਾ ਕਰਕੇ ਫਿਰ ਵੀ ਸਿੱਖ ਮੁਗਲ ਫੌਜਾਂ ਤੇ ਪਹਾੜੀਆਂ ਦੇ ਨਾਲ ਲੜਦੇ ਰਹੇ। ਔਰ ਅਖੀਰ ਐਸਾ ਸਮਾਂ ਆ ਗਿਆ, ਘੋੜੇ ਵੀ ਮਰ ਗਏ, ਪ੍ਰਸਾਦੀ ਹਾਥੀ ਵੀ ਮਰ ਗਿਆ, ਬਹੁਤ ਸਾਰੇ ਸਿੰਘ ਵੀ ਸ਼ਹੀਦ ਹੋ ਗਏ। ਔਰ ਬਾਹਰੋਂ ਪਾਣੀ ਲੈਣ ਵਾਸਤੇ ਜਾਂਦੇ ਆ, 4 ਜਾਂਦੇ ਆ, 2 ਜਾਣੇ 1 ਬਾਲਟੀ ਪਾਣੀ ਦੀ ਲੈ ਕੇ ਆਉਂਦੇ ਆ, ਰਸਤੇ ਵਿੱਚ ਸ਼ਹੀਦ ਹੋ ਜਾਂਦੇ ਆ। ਪਰ ਫਿਰ ਵੀ ਅਖੀਰ ਉਹਨਾਂ ਨੇ ਦੇਖਿਆ ਕਿ ਇਸ ਪ੍ਰਕਾਰ ਆਪਾਂ ਸਤਿਗੁਰਾਂ ਨੂੰ ਪਰਾਜਿਤ ਨਹੀਂ ਕਰ ਸਕਦੇ, ਹਰਾ ਨਹੀਂ ਸਕਦੇ।
ਫਿਰੋਖਾਨੇ ਆ, ਜਿਹੜਾ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ। ਧਰਮ ਜਿਹੜਾ ਆ ਇਹਦੀ ਸਹੁੰ ਖਾਣੀ ਬੜੀ ਮਾੜੀ ਆ। ਔਰ ਹਿੰਦੂਆਂ ਨੇ ਗਊ ਬਣਾ ਕੇ ਜੰਝੂ ਰੱਖ ਕੇ ਸਤਿਗੁਰਾਂ ਦੇ ਸਨਮੁਖ ਭੇਟ ਕੀਤਾ ਕਿ ਤੁਸੀਂ ਜਿਹੜਾ ਇਹਨਾਂ ਨੂੰ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਗੁਰੂ ਮਹਾਰਾਜ ਜੀ ਨੇ ਉਸ ਵੇਲੇ ਹੀ ਕਹਿ ਦਿੱਤਾ, ਕਹਿਣ ਲੱਗੇ ਪਸ਼ੂ ਦੀ ਸਹੁੰ ਦੇ ਉੱਤੇ ਆਪਾਂ ਕਿਵੇਂ ਯਕੀਨ ਕਰ ਸਕਦੇ ਹਾਂ? ਠੀਕ ਆ, ਤੁਹਾਡਾ ਪੂਜਨੀਕ ਹੈ, ਪਰ ਗਊ ਇੱਕ ਪਸ਼ੂ ਹੀ ਹੈ। ਪਸ਼ੂ ਦੀ ਸਹੁੰ ਉੱਤੇ ਅਸੀਂ ਨਹੀਂ ਯਕੀਨ ਕਰਦੇ। ਸਤਿਗੁਰਾਂ ਨੂੰ ਪਤਾ ਸੀ। ਉਸ ਵੇਲੇ ਔਰੰਗਜ਼ੇਬ ਦਾ ਲਿਖਿਆ ਹੋਇਆ ਪੱਤਰ ਔਰ ਕਾਸਤ ਜਿਹੜਾ ਸੀ ਉਹਨਾਂ ਦਾ ਲਿਖਤੀ ਰੂਪ ਵਿੱਚ ਲੈ ਕੇ ਕੁਰਾਨ ਦੇ ਉੱਤੇ ਰੱਖ ਕੇ ਆਇਆ ਕਿ ਕੁਰਾਨ ਦੀ ਕਸਮ ਖਾ ਕੇ ਕਹਿੰਦੇ ਆ ਕਿ ਤੁਸੀਂ ਛੱਡ ਜਾਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ। ਸਿੱਖਾਂ ਨੇ ਵੀ ਕਿਹਾ, ਮਾਤਾ ਜੀ ਨੇ ਵੀ ਕਿਹਾ, ਚਲੋ ਜੇ ਇੰਨਾ ਕਰਦੇ ਆ ਤੇ ਆਪਾਂ ਨੂੰ ਯਕੀਨ ਕਰ ਲੈਣਾ ਚਾਹੀਦਾ। ਉਸ ਵੇਲੇ ਸਤਿਗੁਰੂ ਜਾਣਦੇ ਸਨ। ਸਤਿਗੁਰੂ ਕਹਿੰਦੇ ਤੁਹਾਨੂੰ ਪਰਖ ਕਰਕੇ ਦੱਸ ਦਿੰਦੇ ਆ। ਸਤਿਗੁਰਾਂ ਨੇ ਕੁਛ ਪਿੰਜਰ ਜਿਹੜੇ ਸਨ, ਕੋਈ ਹੋਰ ਕੂੜਾ ਕਰਕਟ ਖੱਚਣਾ ਉੱਤੇ ਲੱਗ ਦੇ ਕੇ ਭੇਜਿਆ ਬਾਹਰ ਨੂੰ। ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਮਹਾਰਾਜ ਜੀ ਦਾ ਖਜ਼ਾਨਾ ਜਾ ਰਿਹਾ। ਉਹਨਾਂ ਨੇ ਉਸੇ ਵੇਲੇ ਧਾਵਾ ਬੋਲ ਦਿੱਤਾ, ਆਪਣੀਆਂ ਕਸਮਾਂ ਜਿਹੜੀਆਂ ਤੋੜ ਦਿੱਤੀਆਂ। ਅਤੇ ਪੱਲੇ ਕੀ ਪਿਆ? ਪਸ਼ੂਆਂ ਦੇ ਪਿੰਜਰ ਅਤੇ ਪਾਟੇ ਹੋਏ ਲੀੜੇ। ਸਤਿਗੁਰੂ ਕਹਿੰਦੇ ਹੁਣ ਤੁਸੀਂ 8 ਦਿਨ ਹੋਰ ਇੱਥੇ ਟਿਕੋ ਔਰ ਇਹ ਸਮਾਂ ਬੜਾ ਕਰਵਟ ਬਦਲੇਗਾ। ਪਰ ਸੌਰ ਜਿਵੇਂ ਸਤਿਗੁਰਾਂ ਨੇ ਸਾਰਿਆਂ ਦੇ ਸਲਾਹ ਦੇ ਨਾਲ ਅਖੀਰ 6 ਪੋਹ ਨੂੰ ਕਿਲ੍ਹਾ ਛੱਡਿਆ। ਔਰ ਉਸ ਤੋਂ ਬਾਅਦ ਨੇਮ ਅਸੀਂ ਨੇਮ ਦੇ ਵਿੱਚ ਬਹੁਤ ਢਿੱਲੇ ਹਾਂ। ਔਰ ਜਿਸ ਵੇਲੇ ਇੱਕ ਪਾਸੇ ਪਿੱਛੋਂ ਜ਼ਾਲਮਾਂ ਨੇ ਹਮਲਾ ਕਰ ਦਿੱਤਾ, ਦੂਜੇ ਪਾਸੇ ਬਾਰਿਸ਼ ਹੋ ਰਹੀ ਆ, ਸਰਸਾ ਦਰਿਆ ਚੜ੍ਹ ਰਿਹਾ ਔਰ ਹਰ ਛਿੰਨ ਦੇ ਵਿੱਚ ਪਾਣੀ ਵੱਧ ਰਿਹਾ। ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਨੇ ਅੰਮ੍ਰਿਤ ਵੇਲਾ ਹੋ ਗਿਆ, ਆਪਾਂ ਆਸਾ ਜੀ ਦੀ ਵਾਰ ਦਾ ਕੀਰਤਨ ਕਰੀਏ। ਔਰ ਜਿੱਥੇ ਪਰਿਵਾਰ ਵਿਛੋੜਾ ਗੁਰਦੁਆਰਾ ਹੈ, ਉੱਥੇ ਬੈਠ ਕੇ ਸਤਿਗੁਰਾਂ ਨੇ ਆਪ ਸਰੰਦੇ ਦੇ ਨਾਲ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ। ਔਰ ਬਾਬਾ ਅਜੀਤ ਸਿੰਘ ਜੀ, ਬਾਬਾ ਉਹਦਾ ਸਿੰਘ, ਉਹਨਾਂ ਨੇ ਪਿੱਛੇ ਦੁਸ਼ਮਣ ਨੂੰ ਰੋਕਿਆ। ਔਰ ਉਸ ਜਗ੍ਹਾ ਤੋਂ ਮਾਤਾ ਗੁਜਰ ਕੌਰ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨਿਖੜ ਗਏ। ਔਰ ਝੱਲ ਵਿੱਚ ਦੀ ਜਾ ਕੇ ਕੁੰਮੇ ਬਾਸ਼ਕੀ ਦੀ ਕੁੱਲੀ ਦੇ ਵਿੱਚ ਰਾਤ ਰਹੇ। ਉਸ ਤੋਂ ਬਾਅਦ ਗੁਰੂ ਮਹਾਰਾਜ ਸੱਚੇ ਪਾਤਸ਼ਾਹ 40 ਸਿੰਘਾਂ ਸਮੇਤ ਕੋਟਲਾ ਨਿਹੰਗ ਖਾਂ ਰਾਤ ਜਾ ਕੇ ਕੱਟਣਾ ਕੀਤੀ। ਬੜਾ ਸ਼ਰਧਾਲੂ ਸੀ ਗੁਰੂ ਮਹਾਰਾਜ ਜੀ ਦਾ। ਔਰ ਅਗਲਾ ਦਿਨ ਜਿਹੜਾ ਸੀਗਾ, ਉਸ ਨੇ ਕਹਿਣਾ ਕੀਤਾ ਕਿ ਇੱਥੇ ਪਿੱਛੇ ਸਰਕਾਰ ਦੇ ਸੂਈਏ ਘੁੰਮਦੇ ਆ ਅਤੇ ਤੁਸੀਂ ਜਿਵੇਂ ਸਮਝਦੇ ਹੋ ਤੁਹਾਡਾ ਇਹ ਸਾਰਾ ਅਹਾਤਾ ਹੈ, ਹਵੇਲੀ ਹੈ। ਪਰ ਗੁਰੂ ਮਹਾਰਾਜ ਕਹਿੰਦੇ ਨਹੀਂ, ਆਪਾਂ ਅੱਗੇ ਚਲੇ ਜਾਣਾ, ਸਾਨੂੰ ਕੋਈ ਮੋਹਤਬਰ ਬੰਦਾ ਦੇ ਜਿਹੜਾ ਸਾਨੂੰ ਚਮਕੌਰ ਛੱਡ ਆਵੇ। ਉਸ ਵੇਲੇ ਕੋਟਲਾ ਨਿਹੰਗ ਖਾਂ ਨੇ ਆਪਣਾ ਪੁੱਤਰ ਆਲਮ ਖਾਂ ਉਹਨੂੰ ਨਾਲ ਭੇਜਿਆ, ਜਿਹੜਾ ਰਾਏ ਕੱਲੇ ਦੀ ਲੜਕੀ ਦੇ ਨਾਲ ਵਿਆਹਿਆ ਹੋਇਆ ਸੀ। ਔਰ ਗੁਰੂ ਮਹਾਰਾਜ ਜੀ ਨੂੰ ਚਮਕੌਰ ਦੀ ਗੜੀ ਵਿੱਚ ਛੱਡ ਆਇਆ। ਔਰ ਉੱਥੇ ਗੁਰੂ ਮਹਾਰਾਜ ਜੀ ਨੇ ਰਾਤ ਨੂੰ ਸਿੰਘਾਂ ਨੇ ਕੁਛ ਆਰਾਮ ਕੀਤਾ। ਔਰ ਉਸ ਕੜੀ ਦੇ ਵਿੱਚ ਬੁੱਧੀ ਚੰਦ ਅਤੇ ਇਸੇ ਪ੍ਰਕਾਰ ਵਿਧੀ ਚੰਦ ਵੀ ਲਿਖਣਾ ਕੀਤਾ। ਦੋਨਾਂ ਦੀ ਹਵੇਲੀ ਸੀ। ਉੱਥੇ ਸਤਿਗੁਰਾਂ ਨੇ ਸਾਰੀ ਬਿਉਂਤਬੰਦੀ ਕਰਕੇ ਅਗਲਾ ਦਿਨ ਸਾਰਾ 10 ਲੱਖ ਮੁਲਖਈਏ ਦੇ ਨਾਲ ਯੁੱਧ ਕਰਨਾ ਕੀਤਾ। ਔਰ ਕਿਹੜੀਆਂ ਫੌਜਾਂ ਸਨ? ਦਿੱਲੀ ਤੋਂ, ਲਾਹੌਰ ਤੋਂ, ਪਹਾੜੀਆਂ ਦੀਆਂ ਫੌਜਾਂ। ਗੁਰੂ ਮਹਾਰਾਜ ਜੀ ਨੇ ਆਪ ਖੁਦ ਲਿਖਣਾ ਕੀਤਾ ਕਿ 40 ਭੁੱਖੇ ਸਿੰਘ ਕੀ ਕਰਦੇ ਸਨ ਜਦੋਂ 10 ਲੱਖ ਅਚਾਨਕ ਉਹਨਾਂ ਉੱਤੇ ਟੁੱਟ ਕੇ ਪੈ ਜਾਣ। ਫਿਰ ਸਾਰਾ ਦਿਨ ਯੁੱਧ ਚੱਲਿਆ। ਰਾਤ ਨੂੰ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਨਿਕਲ ਜਾਓ, ਸਾਡੀ ਬੇਨਤੀ ਆ। ਮਹਾਰਾਜ ਕਹਿੰਦੇ ਨਹੀਂ, ਇਸੇ ਥਾਂ ਉੱਤੇ ਮੈਂ ਸ਼ਹੀਦੀ ਪਾਵਾਂਗਾ ਜਿੱਥੇ ਮੇਰੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਪਾਈ ਆ। ਮੇਰੇ ਸਾਹਿਬਜ਼ਾਦਿਆਂ ਨਾਲੋਂ ਪਿਆਰੇ ਸਿੰਘਾਂ ਨੇ ਜ਼ੁਲਮ ਦੀ ਰੋਕਣ ਵਾਸਤੇ ਸ਼ਹਾਦਤਾਂ ਪਾਈਆਂ, ਮੈਂ ਵੀ ਇੱਥੇ ਸ਼ਹੀਦ ਹੋਵਾਂਗਾ। ਪਰ 5 ਸਿੰਘਾਂ ਨੇ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਤੁਸੀਂ ਸਾਨੂੰ ਇੱਕ ਵਚਨ ਦਿੱਤਾ ਸੀ। ਕੀ ਵਚਨ ਦਿੱਤਾ ਸੀ? ਕਿ 5 ਦਾ ਹੁਕਮ ਜਿਹੜਾ ਆ ਉਹ ਕੋਈ ਟਾਲ ਨਹੀਂ ਸਕਦਾ। ਉਸ ਵੇਲੇ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ
ਔਰ ਸਿਮਰਤ ਸਿੰਘ ਜੀ ਪਹਿਲਾਂ ਸ਼ਹਾਦਤ ਪਾ ਗਏ ਸਨ। ਭਾਈ ਸੰਗਤ ਸਿੰਘ ਜੀ, ਉਹਨਾਂ ਨੇ ਕਿਹਾ ਮਹਾਰਾਜ ਅੱਜ ਅਸੀਂ ਖਾਲਸਾ ਰੂਪ ਦੇ ਵਿੱਚ ਤੁਹਾਨੂੰ ਹੁਕਮ ਕਰਦੇ ਹਾਂ, ਤੁਹਾਨੂੰ ਇਹ ਗੜੀ ਛੱਡਣੀ ਪਵੇਗੀ। ਸਤਿਗੁਰ ਕਹਿਣ ਲੱਗੇ ਠੀਕ ਹੈ, ਤੁਹਾਡਾ ਹੁਕਮ ਹੈ। ਖਾਲਸੇ ਦਾ ਹੁਕਮ ਜਿਹੜਾ, ਕਿਉਂਕਿ ਪੈੜਾਂ ਪਾਈਆਂ, ਔਰ ਕਹਿਣ ਲੱਗੇ ਮੈਂ ਚੁੱਪ ਕਰਕੇ ਨਹੀਂ ਜਾਣਾ, ਮੈਂ ਤਾੜੀ ਮਾਰ ਕੇ ਜਾਵਾਂਗਾ। ਕਹਿਣ ਲੱਗੇ ਮਹਾਰਾਜ ਜਿਵੇਂ ਤੁਹਾਡੀ ਮੌਜ ਹੈ। ਫਿਰ ਸਤਿਗੁਰੂ ਤਿੰਨਾਂ ਸਿੰਘਾਂ ਨੂੰ ਕਿਹਾ ਵੀ ਤੁਸੀਂ ਉਸ ਤਾਰੇ ਦੀ ਸੇਧ ਉੱਤੇ ਆ ਜਾਣਾ ਅਤੇ ਮੈਂ ਤਾੜੀ ਮਾਰਾਂਗਾ, ਔਰ ਉਸ ਵੇਲੇ ਤੁਸੀਂ ਇਹ ਤੋਂ ਨਗਾਰੇ ਵਜਾਉਣੇ। ਗੁਰੂ ਮਹਾਰਾਜ ਤਾੜੀ ਮਾਰ ਕੇ ਕੀ ਕਿਹਾ, ਆ ਪੀਰੇ ਹਿੰਦ ਮੇਰ ਆਵਦ, ਹਿੰਦ ਦਾ ਪੀਰ ਜਾ ਰਿਹਾ, ਪੀਰੇ ਹਿੰਦ ਮੇਰ ਆਵਦ 3 ਵਾਰੀ ਕਿਹਾ, ਨਾਲ ਤਾੜੀ ਮਾਰੀ। ਜੇ ਕਿਸੇ ਦੀ ਹਿੰਮਤ ਆ ਤਾਂ ਫੜ ਲਓ। ਔਰ ਕਹਿਣ ਤੋਂ ਬਾਅਦ ਯੁੱਧ ਹੋਇਆ। ਯੁੱਧ ਹੋਣ ਤੋਂ ਉਪਰੰਤ ਗੁਰੂ ਮਹਾਰਾਜ 14-15 ਮੀਲ ਦਾ ਪੈਂਡਾ ਕਰਦੇ ਹੋਏ ਮਾਛੀਵਾੜ ਪੁੱਜੇ ਆ। ਅੱਤ ਦੀ ਤੇਹ ਲੱਗੀ ਹੋਈ ਆ ਔਰ ਨੰਗੇ ਪੈਰੀ ਆ। ਪੋਹ ਦੇ ਦਿਨ ਹੈ ਜਦੋਂ ਆਪਾਂ ਜਰਾਬਾਂ ਤੋਂ ਬਗੈਰ ਵੀ ਨਹੀਂ ਤੁਰ ਸਕਦੇ। ਛਾਲੇ ਪਏ ਹੋਏ ਆ ਔਰ ਕੰਡਿਆਂ ਦੇ ਨਾਲ ਕੋਈ ਰਸਤਾ ਨਹੀਂ, ਖਹਿੜਾ ਨਹੀਂ। ਜੋ ਚੋੜਾ ਪਾਇਆ ਹੋਇਆ ਉਹ ਵੀ ਲੀਰੋ ਲੀਰ ਹੋ ਗਿਆ। ਔਰ ਉੱਥੇ ਥੋੜ੍ਹਾ ਸਮਾਂ ਆਰਾਮ ਕੀਤਾ। ਔਰ ਉੱਥੇ ਤਿੰਨੇ ਪਿਆਰੇ ਔਰ ਭਾਈ ਦਇਆ ਸਿੰਘ ਔਰ ਇਸੇ ਪ੍ਰਕਾਰ ਮਾਨ ਸਿੰਘ ਅਤੇ ਭਾਈ ਧਰਮ ਸਿੰਘ ਪਹੁੰਚ ਗਏ। ਗੁਲਾਬੇ ਦਾ ਮਕਾਨ ਉੱਥੇ ਬਾਗ ਸੀ। ਉੱਥੇ ਗੁਰੂ ਮਹਾਰਾਜ ਜੀ ਨੇ ਜਲ ਛਕਿਆ। ਜਲ ਛਕਣ ਤੋਂ ਉਪਰੰਤ ਫਿਰ ਗੁਲਾਬੇ ਦੇ ਘਰ ਗਏ। ਉੱਥੇ ਨਵੀ ਖਾਂ ਅਤੇ ਗਾਨੀ ਖਾਂ ਉਹਨਾਂ ਦੇ ਘਰ ਵਿੱਚ ਰਾਤਾਂ ਕੱਟੀਆਂ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉੱਚ ਦੇ ਪੀਰ ਬਣਾ ਕੇ ਸਤਿਗੁਰਾਂ ਨੂੰ ਅਗਾਂਹ ਛੱਡੇ ਆਏ। ਔਰ ਇਸੇ ਪ੍ਰਕਾਰ ਆਲਮਗੀਰ ਤੱਕ ਪਹੁੰਚੇ। ਲੰਬਾ ਇਤਿਹਾਸ ਹੈ। ਔਰ ਦੂਜੇ ਪਾਸੇ ਥੋੜ੍ਹੇ 5-7 ਮਿੰਟ ਦੇ ਸਮੇਂ ਵਿੱਚ ਆਪਾਂ ਸੰਕੋਚ ਕਰਨਾ ਹੈ। ਦੂਜੇ ਪਾਸੇ ਹੀ ਦੇਖੋ 2 ਸਾਹਿਬਜ਼ਾਦੇ ਸ਼ਹੀਦ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਦੀ ਜੰਗ ਦੇ ਵਿੱਚ ਇੱਕ ਪੁਰਜਾ ਕੱਟ ਕੇ ਸ਼ਹੀਦ ਹੋ ਗਏ ਆ, ਪਰ ਕੋਈ ਤੌਖਲਾ ਨਹੀਂ। ਔਰ ਗੁਰੂ ਮਹਾਰਾਜ ਜੀ ਨੇ ਜਕਾਰੇ ਛੱਡੇ ਆ, ਨਾ ਪ੍ਰਮਾਤਮਾ ਨੂੰ ਕੋਈ ਉਲਾਮਾ ਦਿੱਤਾ। ਆਪਾਂ ਥੋੜ੍ਹਾ ਜਿਹਾ ਕੰਮ ਨਾ ਹੋਵੇ ਜਾਂ ਕੋਈ ਕੰਮ ਵਿਗੜ ਜਾ ਉਲਾਮਾ ਦਿੰਦੇ ਆ। ਪਰ ਗੁਰੂ ਮਹਾਰਾਜ ਜਦੋਂ ਮਾਛੀਵਾੜੇ ਗਏ ਆ ਤੇ ਕਿਹੜਾ ਸ਼ਬਦ ਉਚਾਰਨ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਕ ਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਕਿੱਡੀ ਵੱਡੀ ਚੜ੍ਹਦੀ ਕਲਾ ਵਿੱਚ ਗੁਰੂ ਮਹਾਰਾਜ ਉਸ ਸਮੇਂ ਵੀ ਨਾ ਕੋਈ ਤਾਜ ਹੈ, ਨਾ ਕੋਈ ਬਾਜ ਹੈ, ਨਾ ਕੋਈ ਪੈਸਾ, ਨਾ ਕੋਈ ਕਲਗੀ, ਨਾ ਕੋਈ ਜਗ੍ਹਾ, ਨਾ ਕੋਈ ਘੋੜਾ ਆ, ਔਰ ਹਰ ਪਾਸੇ ਦੁਸ਼ਮਣ ਹੀ ਦੁਸ਼ਮਣ ਹੈ। ਤਾਂ ਤੇ ਇੰਨੀ ਵੱਡੀ ਚੜ੍ਹਦੀ ਕਲਾ ਵਿੱਚ ਗੁਰੂ ਮਹਾਰਾਜ ਅਗਾਂਹ ਤੁਰ ਗਏ। ਇੱਧਰ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਝੱਲ ਵਿੱਚ ਦੀ ਲੰਘਦੇ ਹੋਏ ਇੱਕ ਕੁੰਮਾ ਮਾਸ਼ਕੀ ਆਉਂਦਾ, ਉਹਦਾ ਨਾਮ, ਪਰ ਪਹਿਲਾਂ ਇਹ ਹਿੰਦੂ ਸੀ। ਉਹਦਾ ਦਾਨ ਜਿਹੜਾ ਸੀ, ਔਰ ਉਸ ਤੋਂ ਬਾਅਦ ਜਦੋਂ ਜਬਰੀ ਧਰਮ ਪਰਿਵਰਤਨ ਕੀਤਾ, ਉਹਦਾ ਨਾਮ ਕਮਰਦੀਨ ਰੱਖਿਆ ਗਿਆ। ਔਰ ਪਾਣੀ ਢੋਣ ਦਾ ਕੰਮ ਕਰਦਾ ਸੀ ਅਤੇ ਉਹਨੂੰ ਲੋਕ ਕੁੰਮਾ ਕਰਕੇ ਸਾਦੇ ਸਨ। ਔਰ ਬੇੜੀ, ਉਹ ਦਰਿਆ ਜਿਹੜਾ ਸੀ, ਉਸ ਨੂੰ ਪਾਰ ਕਰਾਉਂਦਾ ਸੀ। ਉਹਦੀ ਛੰਨ ਵਿੱਚ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਔਰ ਉਸ ਵੇਲੇ 90 ਸਾਲ ਦੀ ਉਮਰ ਆਪਾਂ ਦੇਖਦੇ ਹਾਂ। ਮਾਤਾ ਗੁਜਰ ਕੌਰ ਜੀ ਰਾਤ ਉੱਥੇ ਕੱਟਦੇ ਆ। ਕੱਪੜੇ ਸਾਰੇ ਭਿੱਜੇ ਹੋਏ ਆ, ਖਾਣ ਨੂੰ ਕੁਛ ਨਹੀਂ ਮਿਲਿਆ ਜਦ ਤੋਂ ਤੁਰੇ ਆ। ਔਰ ਉਸ ਕੁੰਮੇ ਮਾਸ਼ਕੀ ਨੇ ਆਪਣੇ ਬਿਰਤ ਅਨੁਸਾਰ ਜੀਆਂ ਕਿਹਾ, ਜੋ ਕੁਛ ਵੀ ਪਾਟੇ ਪੁਰਾਣੇ ਕੰਬਲ ਸਨ ਉਹਦੇ ਪਾਸ ਝਾੜ ਕੇ ਦਿੱਤੇ। ਉੱਥੇ ਥੋੜ੍ਹਾ ਆਰਾਮ ਕੀਤਾ। ਔਰ ਉਹ ਫਿਰ ਕੀ ਕੀਤਾ, ਉਸਨੇ ਲਾਗੇ ਪਿਆ, ਕਿਉਂਕਿ ਉਹਦੇ ਮਨ ਵਿੱਚ ਸੀ ਮੈਂ ਮੁਸਲਮਾਨ ਹਾਂ, ਸ਼ਾਇਦ ਸਾਹਿਬਜ਼ਾਦੇ ਅਤੇ ਮਾਤਾ ਜੀ ਮੇਰੇ ਹੱਥ ਦਾ ਨਾ ਛਕਣ। ਔਰ ਉਸ ਤੋਂ ਬਾਅਦ ਲక్ష్ਮੀ ਸੀ ਲਾਗੇ ਪਿੰਡ, ਉਸ ਲక్ష్ਮੀ ਪੰਡਤਾਣੀ ਦੇ ਕੋਲੋਂ ਪ੍ਰਸ਼ਾਦਾ ਬਣਾ ਕੇ ਲਿਆਂਦਾ, ਛਕਾਇਆ। ਅਗਲੇ ਦਿਨ ਗੰਗੂ ਬ੍ਰਾਹਮਣ ਉਹਨਾਂ ਨੂੰ ਮਿਲ ਪਿਆ। ਔਰ ਉਸ ਕੁੰਮੇ ਮਾਸ਼ਕੀ ਨੇ ਉਹਨੂੰ ਵਫਾਦਾਰ ਜਾਣ ਕਰਕੇ ਕਿਹਾ ਕਿ ਮੇਰੀ ਜਿਹੜੀ ਡਿਊਟੀ ਸੀ ਨਿਭ ਗਈ ਹੈ, ਤੂੰ ਹੁਣ ਇਹਨਾਂ ਨੂੰ ਸਹੀ ਸਲਾਮਤ
ਕਿਸੇ ਜਗ੍ਹਾ ਉੱਤੇ ਪਹੁੰਚਾ ਦੇ। ਔਰ ਉਹਦੇ ਮਨ ਵਿੱਚ ਇਹ ਪਹਿਲਾਂ ਹੀ ਲੋਭ ਲਾਲਚ ਸੀਗਾ, ਕਿਉਂਕਿ ਲੋਭ ਇੱਕ ਐਸਾ ਹੈ ਜਿਹੜਾ ਸਾਰੇ ਪਾਪਾਂ ਦਾ ਮੁੰਡ ਹੈ, ਬੜੇ ਬੜੇ ਗੁਨਾਹ ਪਾਪ ਕਰਾ ਦਿੰਦਾ। ਸੋਨੇ ਦੀਆਂ ਮੋਹਰਾਂ ਸਨ, ਉਹਦਾ ਮਨ ਸੀ ਵੀ ਕਦੋਂ ਕਿਤੇ ਮੈਂ ਇਹਨਾਂ ਕੋਲੋਂ ਚੁਰਾ ਲਵਾਂ, ਔਰ ਪਰ ਉਹਦਾ ਦਾ ਨਹੀਂ ਲੱਗਾ। ਫਿਰ ਇੱਕ ਝਿੜੀ ਵਿੱਚ ਜਾ ਕੇ ਬਿਠਾ ਦਿੱਤਾ। ਅਜੇ ਤੱਕ ਉਹ ਸਥਾਨ ਹੈ ਜਿੱਥੇ ਮਾਤਾ ਜੀ ਨੇ ਕਾਂਡਿਆਂ ਦੇ ਵਿੱਚ, ਝਾੜੀਆਂ ਦੇ ਵਿੱਚ ਬੈਠ ਕੇ ਸਾਹਿਬਜ਼ਾਦਿਆਂ ਦੇ ਕੰਘਾ ਕੀਤਾ, ਦਸਤਾਰਾਂ ਸਜਾਈਆਂ। ਉਹਦਾ ਨਾਂ ਅਜੇ ਤੱਕ ਕੰਘਾ ਸਾਹਿਬ। ਉਸ ਤੋਂ ਬਾਅਦ ਫਿਰ ਇੱਕ ਝਿੜੀ ਵਿੱਚ ਜੰਡੀ ਸਰ, ਉੱਥੇ ਜਾ ਕੇ ਉਹਨਾਂ ਨੂੰ ਵਲ ਪਾ ਕੇ ਕਿ ਜਿਹੜਾ ਕੋਈ ਦੇਖ ਨਾ ਲਵੇ, ਕੋਈ ਸੂਹ ਨਾ ਲੈ ਲਵੇ, ਇੱਥੇ ਰਾਤ ਕੱਟੋ। ਉੱਥੇ ਤੜਕਸਾਰ ਇੱਕ ਫਕੀਰ ਆਇਆ। ਉਹਨਾਂ ਨੇ ਦੇਖਿਆ ਕਿ ਮਾਤਾ ਜੀ ਬੈਠੇ ਆ, ਛੋਟੇ ਛੋਟੇ ਨੰਨੇ ਬੱਚੇ ਆ। ਪੁੱਛਿਆ, ਮਾਤਾ ਜੀ ਤੁਸੀਂ ਕਿਵੇਂ ਬੈਠੇ ਉੱਥੇ ਹੋ? ਉਹਨਾਂ ਨੇ ਕਿਹਾ, ਐਵੇਂ ਬੈਠੇ ਆ, ਐਵੇਂ ਸੁੱਤੇ ਸਿੱਧ, ਜਿਵੇਂ ਆਪਾਂ ਕਹਿੰਦੇ ਆ ਉੱਦਾਂ ਹੀ ਆਏ ਆ, ਜੇ ਐਵੇਂ ਹੀ ਬੈਠੇ ਆ। ਔਰ ਉਸ ਝੜੀ ਦੇ ਵਿੱਚ ਉਸ ਗੰਗੂ ਬ੍ਰਾਹਮਣ ਨੂੰ ਪੈਸੇ ਦਿੱਤੇ ਆ ਵੀ ਤੂੰ ਇਹਨਾਂ ਵਾਸਤੇ ਕੋਈ ਖਾਣ ਨੂੰ ਲਿਆ। ਬਾਜਰੇ ਦੀ ਰੋਟੀਆਂ ਸੁੱਕੀਆਂ 2 ਅਤੇ ਮਸਰਾਂ ਦੀ ਦਾਲ ਨੂੰ ਲਿਆਉਣਾ ਕੀਤੀ। ਉਹਨਾਂ ਪੈਸਿਆਂ ਦੀ ਲਿਆ ਕੇ ਦਿੱਤੇ। ਔਰ ਉਸ ਤੋਂ ਬਾਅਦ ਮਾਤਾ ਜੀ ਨੇ ਕਹਿਣਾ ਕੀਤਾ ਵੀ ਗੰਗੂ, ਇਹੋ ਜਿਹੀਆਂ ਰੋਟੀਆਂ ਤਾਂ ਸਾਡੇ ਕੁੱਤੇ ਵੀ ਨਹੀਂ ਖਾਂਦੇ ਸਨ, ਅਤੇ ਤੂੰ ਇਹਨਾਂ ਸਾਹਿਬਜ਼ਾਦਿਆਂ ਨੂੰ ਇਹ ਲਿਆ ਕੇ ਦਿੱਤਾ। ਸ਼ਰਮਸ਼ਾਰ ਹੋਇਆ ਪਰ। ਔਰ ਉੱਥੇ ਉਹਦਾ ਗੁਰਦੁਆਰਾ ਐਮਾ ਸਾਹਿਬ ਹੈ। ਉਸ ਤੋਂ ਬਾਅਦ ਅਗਲੇ ਦਿਨ ਜਿਸ ਵੇਲੇ ਸ਼ਾਮ ਦਾ ਸਮਾਂ ਪਿਆ, ਘਰ ਵਿੱਚ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਲੈ ਕੇ ਚਲਾ ਗਿਆ। ਉੱਥੇ ਆਪ ਸਾਰਿਆਂ ਨੂੰ ਪਤਾ ਕਿਵੇਂ ਮੋਹਰਾਂ ਚੁਰਾਈਆਂ, ਔਰ ਮੋਹਰਾਂ ਜਾ ਕੇ ਦਰਿਆ ਦੇ ਕੰਢੇ ਉੱਤੇ ਦੱਬਿਆ ਆ। ਪਰ ਪਰਮਾਤਮਾ ਦੀ ਨੀਅਤ ਐਸੀ ਹੋਈ ਆ, ਉਹ ਨੇਰਾਂ ਹੜ੍ਹ ਚੜ੍ਹਿਆ, ਮੋਹਰਾਂ ਵੀ ਜਾਂਦੀਆਂ ਲੱਗੀਆਂ। ਤਾਂ ਤੇ ਇਸੇ ਪ੍ਰਕਾਰ ਫਿਰ ਉਸ ਨੇ ਚੋਰ ਚੋਰ ਕਹਿ ਕੇ ਮਾਤਾ ਜੀ ਨੇ ਕਿਹਾ ਕਿ ਠੀਕ ਆ ਗੰਗੂ, ਤੂੰ ਮੋਹਰਾਂ ਲੈ ਲਈਆਂ, ਕੋਈ ਗੱਲ ਨਹੀਂ, ਕੋਈ ਗੁਰੂ ਘਰ 'ਚ ਘਾਟਾ ਨਹੀਂ ਗਾ, ਪਰ ਤੂੰ ਐਵੇਂ ਰੌਲਾ ਨਾ ਪਾ। ਪਰ ਉਹਨਾਂ ਦੇ ਰੋਕਣ 'ਤੇ ਵੀ ਉਸ ਨੇ ਚੋਰ ਆ ਨਾਲ ਮੁਰੰਡੇ ਜਾ ਕੇ ਕੋਤਵਾਲ ਨੂੰ ਖਬਰ ਦੇ ਦਿੱਤੀ ਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਅਤੇ 2 ਸਾਹਿਬਜ਼ਾਦੇ ਮੇਰੇ ਪਾਸ ਹਨ। ਉੱਥੋਂ ਇਤਿਹਾਸ ਬੜਾ ਦਰਦਨਾਕ ਹੈ। ਔਰ ਛੋਟੇ ਸਾਹਿਬਜ਼ਾਦਿਆਂ ਦੇ ਹੱਥ ਦੀਆਂ ਕੜੀਆਂ ਨਹੀਂ ਸਨ, ਕਿਉਂਕਿ 7 ਸਾਲ ਅਤੇ 9 ਸਾਲ ਦੀ ਉਮਰ ਦੇ ਬੜੇ ਗੁੱਟ ਛੋਟੇ ਹੁੰਦੇ ਆ। ਔਰ ਇਤਿਹਾਸ ਵਿੱਚ ਲਿਖਣਾ ਕੀਤਾ, ਦੋਨਾਂ ਦੇ ਰੱਸੀਆਂ ਦੇ ਨਾਲ ਹੱਥ ਬੰਨ੍ਹ ਕੇ ਪਿੱਛੇ ਨੂੰ ਬੰਨ੍ਹਿਆ ਗਿਆ, ਪੈਰਾਂ ਨੂੰ ਬੰਨ੍ਹ ਦਿੱਤਾ ਗਿਆ, ਮਾਤਾ ਜੀ ਦੇ ਹੱਥ ਪਿੱਛੇ ਬੰਨ੍ਹ ਦਿੱਤੇ, ਅਤੇ ਮਿਰਚਾਂ ਵਾਲਾ ਤੋਬੜਾ ਜਿਹੜਾ ਉਹ ਮੂੰਹ ਨੂੰ ਚਾੜਿਆ, ਤਾਂ ਜੇ ਜਦੋਂ ਸਾਹ ਲੈਣ ਤਾਂ ਮਿਰਚਾਂ ਦੇ ਨਾਲ ਇਹਨਾਂ ਨੂੰ ਤਕਲੀਫ ਹੋਵੇ। ਇਸ ਪ੍ਰਕਾਰ ਗੱਡੇ 'ਤੇ ਬਿਠਾ ਕੇ ਕੋਤਵਾਲ ਮੁਰੰਡੇ ਲੈ ਗਿਆ। ਕੋਈ ਹੇਠਾਂ ਬੋਰੀ ਨਹੀਂ, ਕੋਈ ਉੱਤੇ ਲੈਣ ਨੂੰ ਕੱਪੜਾ ਨਹੀਂ। ਸਾਰੀ ਰਾਤ ਮੁਰੰਡੇ ਦੀ ਹਵਾ ਲਾਟ ਵਿੱਚ ਕੱਟੀ। ਅਗਲੇ ਦਿਨ ਠੰਡੇ ਬੁਰਜ ਵਿੱਚ ਸਾਹਿਬਜ਼ਾਦਿਆਂ ਨੂੰ ਪਹੁੰਚਾਇਆ ਗਿਆ। ਔਰ ਉੱਥੇ ਵੀ ਠੰਡਾ ਬੁਰਜ, ਬੜੀ ਉੱਥੇ ਠੰਡੀ, ਅੱਜ ਵੀ ਜਾਓ ਤੁਸੀਂ ਉਸ ਸਥਾਨ 'ਤੇ ਪਾਠੀ ਸਿੰਘ ਨੇ ਜੇ 2 ਘੰਟੇ ਲਾਉਣੇ ਹੁੰਦੇ ਆ, ਅਤੇ ਉਹਦੇ ਲਾਗੇ ਹੀਟਰ ਰੱਖਿਆ ਜਾਂਦਾ। ਜੇ ਉਹਦੇ ਕੋਲ ਹੀਟਰ ਨਾ ਹੋਵੇ ਅਤੇ ਫਿਰ ਉਹ ਰੌਲ ਨਹੀਂ ਲਾ ਸਕਦਾ ਅੱਜ ਵੀ। ਔਰ ਉਸ ਸਮੇਂ ਇਹ ਤੋਂ ਵੀ ਬਹੁਤ ਉੱਚਾ ਬੁਰਜ ਸੀ, ਲਾਗੇ ਨਦੀ ਵਗਦੀ ਸੀ, ਉੱਥੋਂ ਸਪਰਸ਼ ਕਰਕੇ ਹਵਾ ਆਉਂਦੀ ਸੀ। ਉਹਦੇ ਦਿਨ ਬਿਨਾਂ ਇਸੇ ਪ੍ਰਕਾਰ ਕੋਈ ਉੱਪਰ ਰਜਾਈ, ਕੰਬਲ, ਕੋਈ ਕੱਪੜਾ ਲੈਣ ਤੋਂ ਉਹਨਾਂ ਨੇ 2 ਰਾਤਾਂ ਉੱਥੇ ਬਿਤਾਈਆਂ। ਔਰ ਉਸ ਤੋਂ ਬਾਅਦ ਬੜੇ ਪਰਉਪਕਾਰੀ ਸਨ। ਭਾਈ ਮੋਤੀ ਲਾਲ ਮਹਿਰਾ, ਜਿਹੜਾ ਹਿੰਦੂ ਜੋ ਉੱਥੇ ਕੈਦੀ ਸਨ, ਉਹਨਾਂ ਨੂੰ ਰੋਟੀ ਪਕਾ ਕੇ ਦਿੰਦਾ ਸੀ, ਉਸ ਨੇ ਆਪਣੇ ਗਹਿਣੇ ਗੱਟੇ ਦੇ ਕੇ ਮਿਲ ਕੇ ਹਰ ਰੋਜ਼ ਦੋਨੇ ਦਿਨ ਲਾਲਾ ਨੂੰ ਅਤੇ ਮਾਤਾ ਜੀ ਨੂੰ ਗਰਮ ਗਰਮ ਦੁੱਧ ਛਕਾਉਣਾ ਕੀਤਾ। ਅੱਜ ਵੀ ਆਪਾਂ ਉਹ ਪੰਕਤੀਆਂ ਯਾਦ ਕਰਦੇ ਹਾਂ। ਧਨ ਮੋਤੀ ਜਨ ਪੁੰਨ ਕਮਾਇਆ, ਗੁਰ ਲਾਲਾਂ ਤਾਈਂ ਦੁੱਧ ਪਿਆਇਆ। ਇੱਥੇ ਬਸ ਨਹੀਂ, ਦੁੱਧ ਪਿਆਉਣ ਦਾ ਅਬਦਾਨਾ ਕੀ ਉਹਨੂੰ ਮਿਲਿਆ। ਸਾਰਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਛੋਟੇ ਪਹਿਲਾਂ ਬੱਚੇ ਨੂੰ ਪੀੜਿਆ, ਫਿਰ ਘਰ ਵਾਲੀ ਨੂੰ, ਫਿਰ ਉਹਦੀ ਮਾਤਾ ਨੂੰ, ਅਖੀਰ ਮੋਤੀ ਰਾਮ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਆਪਾਂ ਦੇਖਦੇ ਹਾਂ ਗੰਨਾ ਕੱਢਣ ਵਾਲੀ ਰਸ ਜਿਵੇਂ ਹੁੰਦੀ ਹੈ, ਇਸ ਪ੍ਰਕਾਰ ਉਹਨਾਂ ਨੂੰ ਸਾਰਾ ਸਰਵੰਸ ਉਹਦਾ ਖਤਮ ਕਰ ਦਿੱਤਾ। ਔਰ ਕਚਹਿਰੀ ਵਿੱਚ ਜਦੋਂ ਪਹਿਲੇ ਦਿਨ ਗਏ ਆ ਕਿ ਉਸ ਵੇਲੇ ਛੋਟਾ ਦਰਵਾਜ਼ਾ ਉਹਨਾਂ ਨੇ ਖੋਲ੍ਹਿਆ, ਵੱਡਾ ਬੰਦ ਕਰ ਦਿੱਤਾ।
ਪਰ ਕਿੰਨੀ ਅਣਖਾ ਆਪਾਂ ਦੇਖਦੇ। ਹੁਣ ਆਪਾਂ ਦੇਖਦੇ ਥੋੜ੍ਹੇ ਜਿਹੇ ਲਾਲਚ ਦੀ ਖਾਤਰ ਆਪਾਂ ਅੱਗੇ ਦੇ ਸਿਰ ਨਿਭਾ ਦਿੰਦੇ ਹਾਂ, ਪਰ ਸਾਹਿਬਜ਼ਾਦਿਆਂ ਨੇ ਪਹਿਲਾਂ ਜੁੱਤੀ ਅੱਗੇ ਨਿਗਾਈ ਹੈ ਔਰ ਪੈਰ ਨਿਗਾਉਣ ਤੋਂ ਉਪਰੰਤ ਫੇਰ ਜਾ ਕੇ ਜਦੋਂ ਸੂਬੇ ਦੀ ਕਚਹਿਰੀ ਵਿੱਚ ਗਈ ਆ, ਸੁਚਾਨੰਦ ਨੇ ਕਹਿਣਾ ਕੀਤਾ, ਸਲਾਮ ਕਰੋ। ਕਹਿਣ ਲੱਗੇ, ਸਲਾਮ ਅਸੀਂ ਸੱਚੇ ਪਾਤਸ਼ਾਹ ਨੂੰ ਕੀਤਾ, ਹੋਰ ਕਿਸੇ ਨੂੰ ਅਸੀਂ ਸਲਾਮ ਨਹੀਂ ਕਰਦੇ। ਜਾ ਕੇ ਫਤਿਹ ਬੁਲਾਈ। ਫਤਿਹ ਕੀ ਬੁਲਾਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਫਤਿਹ ਮੁਸਲਮਾਨਾਂ ਦੀ ਕਚਹਿਰੀ ਵਿੱਚ ਬੁਲਾਈ ਗਈ ਤੇ ਉਹਨੂੰ ਅੱਗ ਲੱਗ ਗਈ। ਆਪਾਂ ਦੇਖਦੇ ਹੀ ਹਾਂ, ਕਿੱਥੇ ਉਹਨਾਂ ਨੂੰ ਕਲਮਾ ਪੜ੍ਹਾਉਣਾ ਚਾਹੁੰਦਾ ਸੀ, ਕਿੱਥੇ ਫਤਿਹ ਬੁਲਾਈ। ਤਾਂ ਤੇ ਫਿਰ ਇਸੇ ਪ੍ਰਕਾਰ ਅਨੇਕਾਂ ਲਾਲਚ ਦਿੱਤੇ ਗਏ ਔਰ ਇੱਥੋਂ ਤੱਕ ਲਿਖਣਾ ਕੀਤਾ ਕਿ ਦੂਸਰੇ ਦਿਨ ਵੀ ਇਸੇ ਪ੍ਰਕਾਰ ਕਚਹਿਰੀ ਵਿੱਚ ਆਏ ਆ ਔਰ ਬਹੁਤ ਸਾਰੇ ਦੰਡ ਦਿੰਦੇ ਆ। ਦੁੰਨਾ ਸਿੰਘ ਹੰਡੂਰਿਆ ਲਿਖਦੇ ਆ, ਰੱਜ ਕੋ ਪਾਏ ਪੀਪਲੇ ਬਾਂਧੇ, ਦੁਸ਼ਟੀ ਤੀਰ ਗੁਲੇਨੇ ਸਾਂਧੇ। ਰੱਜ ਕਹਿੰਦੇ ਰੱਸੀ ਨੂੰ, ਪਿੱਪਲ ਉੱਥੇ ਸੀ, ਪਿੱਪਲ ਦੇ ਨਾਲ ਪਿੱਛੇ ਨੂੰ ਹੱਥ ਬੰਨ੍ਹ ਕੇ ਸਾਹਿਬਜ਼ਾਦਿਆਂ ਦੇ ਤੇ ਬੰਨ੍ਹ ਦਿੱਤਾ ਗਿਆ ਤੇ ਲੋਕਾਂ ਨੂੰ ਕਿਹਾ ਇਹਨਾਂ ਦੇ ਤੀਰ ਤੇ ਗੁਲੇਲੇ ਮਾਰੋ। ਔਰ ਇੱਕ ਅੱਖ ਵੀ ਬਾਬਾ ਫਤਿਹ ਸਿੰਘ ਹੋਰਾਂ ਦੀ ਜਿਹੜੀ ਸੀ ਉਹ ਨਿਕਲ ਗਈ। ਉੱਥੇ ਅੱਖ ਦੇ ਉੱਤੇ ਹੱਥ ਲਾਉਣ ਦਾ ਵੀ, ਕਿਉਂਕਿ ਹੱਥ ਬੰਨੇ ਹੋਏ ਸਨ। ਪੁੱਛਿਆ, ਹੁਣ ਤਾਂ ਮੁਸਲਮਾਨ ਬਣੋਗੇ ਨਾ? ਕਹਿਣ ਲੱਗੇ, ਸਿਰ ਫੇਰ ਦਿੱਤਾ। ਕਹਿੰਦੇ ਨਹੀਂ। ਤਾਂ ਤੇ ਇਸੇ ਪ੍ਰਕਾਰ ਫਿਰ ਇੱਥੇ ਬਸ ਨਹੀਂ, ਭਾਈ ਦੁੰਨਾ ਸਿੰਘ ਨੇ ਲਿਖਣਾ ਕੀਤਾ, ਕਹਿੰਦੇ ਖਮਚੀ ਸਾਥ ਲੱਗੇ ਦੁੱਖ ਦੇਵਨ, ਇਹ ਸੋ ਬਾਲਕ ਫੂਲ ਧੂਪ ਨੈ ਖੇਵਨ। ਕਹਿੰਦੇ ਇੰਨੇ ਕੋਮਲ ਬਾਲਕ ਹੈ ਤੇ ਧੁੱਪ ਨਹੀਂ ਸਹਿਣ ਜੋਗੇ। ਖਮਚੀ ਹੁੰਦੀ ਹੈ ਛਾਂਟਾ, ਛਾਂਟੇ ਦੇ ਨਾਲ ਮਾਰ ਮਾਰ ਕੇ ਉਹਨਾਂ ਦੀ ਚਮੜੀ ਉਧੇੜ ਦਿੱਤੀ ਗਈ, ਨਹੁੰ ਖਿੱਚੇ ਗਏ ਔਰ ਅਨੇਕ ਪ੍ਰਕਾਰ ਦੇ ਤਸੀਹੇ ਦਿੱਤੇ। ਫਿਰ ਔਰ ਉਸ ਵੇਲੇ ਕਾਜੀ ਨੇ ਵੀ ਕਹਿਣਾ ਕੀਤਾ। ਪੁੱਛਿਆ, ਕੀ ਸ਼ਰ੍ਹਾ ਕਹਿੰਦੀ ਆ? ਕਹਿੰਦੇ ਮਹਾਰਾਜ ਮਾਸੂਮ ਬੱਚਿਆਂ ਦੇ ਉੱਤੇ ਜ਼ੁਲਮ ਕਰਨ ਵਾਸਤੇ ਕੁਰਾਨ ਇਜਾਜ਼ਤ ਨਹੀਂ ਦਿੰਦੀ। ਉਸ ਨੇ ਆਪਣੇ ਗਲੋਂ ਬਲਾ ਲਾਉਣ ਵਾਸਤੇ ਕਿ ਮੇਰੇ ਜੁਮੇ ਪਾਪ ਨਾ ਲੱਗੇ, ਸ਼ੇਰ ਮੁਹੰਮਦ ਖਾਂ ਮਲੇਰ ਕੋਟਲੇ ਵਾਲੇ ਨੂੰ ਸੱਦਿਆ। ਕਹਿਣ ਲੱਗਾ, ਇਹ ਤੁਹਾਡੇ ਭਰਾ ਔਰ ਚਚੇਰੇ ਭਾਈਆਂ ਨੂੰ ਇਹਨਾਂ ਦੇ ਪਿਤਾ ਨੇ ਮਾਰਿਆ, ਹੁਣ ਤੇਰੇ ਹਵਾਲੇ ਕਰਦੇ ਹਾਂ, ਬਦਲਾ ਲੈ ਲੈ। ਬੜੀ ਦਲੇਰੀ ਉਸ ਨੇ ਕਰਨਾ ਕੀਤੀ। ਕਹਿਣ ਲੱਗਾ, ਜੇ ਬਦਲਾ ਲੈਣਾ ਹੋਊ ਜੰਗ ਦੇ ਵਿੱਚ, ਮੈਂ ਬਦਲਾ ਇਹਨਾਂ ਦੇ ਬਾਪ ਕੋਲੋਂ ਲਵਾਂਗਾ। ਇਹਨਾਂ ਮਾਸੂਮਾਂ ਨੇ ਮੇਰਾ ਕੀ ਗਵਾਇਆ? ਔਰ ਇਹ ਮਾਸੂਮਾਂ ਨੂੰ ਜੇ ਤੁਸੀਂ ਕੋਈ ਜ਼ੁਲਮ ਕੀਤਾ ਜਾਂ ਇਹਨਾਂ ਉੱਤੇ ਕੋਈ ਸਖਤਾਈ ਕੀਤੀ, ਇਹਦੇ ਨਾਲ ਤੁਰਕ ਰਾਜ ਦੀ ਜੜ ਪੁੱਟੀ ਜਾਏਗੀ। ਔਰ ਹਾਂ ਦਾ ਨਾਰਾ ਮਾਰ ਕੇ ਚਲਾ ਗਿਆ। ਉਧਰ ਮਾਤਾ ਗੁਜਰੀ ਜੀ ਨੂੰ ਜਦੋਂ ਪਤਾ ਲੱਗਾ, ਦੱਸਿਆ ਉਹਨਾਂ ਨੇ, ਇੱਕ ਬੰਦਾ ਸੀ ਉਸ ਨੇ ਸਾਡੇ ਹੱਕ 'ਚ ਹਾਂ ਦਾ ਨਾਰਾ ਮਾਰਿਆ। ਮਲੇਰਕੋਟ ਕਹਿੰਦੇ ਸਨ। ਤੇ ਮਾਤਾ ਗੁਜਰ ਕੌਰ ਨੇ ਕਹਿਣਾ ਕੀਤਾ, ਹੇ ਮਲੇਰਕੋਟਲੀਆ, ਤੂੰ ਮੇਰੇ ਪੋਤਰਿਆਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ, ਤੇਰੇ ਮਲੇਰਕੋਟਲੇ ਨੂੰ ਤੱਤੀ ਵਾਹ ਨਾ ਲੱਗੇ। ਆਪਾਂ 47 ਵਿੱਚ ਦੇਖਦੇ ਹਾਂ ਕਿੰਨੇ ਇੱਕ ਦੂਜੇ ਨਾਲ ਲੜਾਈਆਂ ਪੜ੍ਹਾਈਆਂ ਹੋਈਆਂ, ਪਿੰਡਾਂ ਦੇ ਪਿੰਡ, ਸ਼ਹਿਰਾਂ ਦੇ ਸ਼ਹਿਰ ਲੁੱਟੇ ਗਏ ਔਰ ਕਿੰਨੀਆਂ ਮੌਤਾਂ ਹੋਈਆਂ। ਪਰ ਮਲੇਰਕੋਟਲੇ ਵੱਲ ਕਿਸੇ ਸਿੱਖ ਨੇ, ਕਿਸੇ ਨੇ ਵੀ ਉਹ ਜਿਹੜਾ ਹੈ ਉਹਦੀ ਵੱਲ ਹੱਥ ਨਹੀਂ ਚੱਕਿਆ। ਔਰ ਉਸੇ ਪ੍ਰਕਾਰ ਮਲੇਰਕੋਟਲਾ ਵੱਸਦਾ ਹੁਣ ਵੀ ਉਹਨਾਂ ਦੀਆਂ ਕੁੱਲਾਂ ਵਿੱਚੋਂ ਜਿਹੜਾ ਹੈ MLA ਬਣਦਾ। ਇਸੇ ਪ੍ਰਕਾਰ ਅਗਰ ਆਖਰੀ ਦਿਨ ਆਇਆ, ਫਿਰ ਨੀਹਾਂ ਵੇਚਣ ਦਾ ਜਿਹੜਾ ਸੀ ਫਤਵਾ ਕਾਜੀ ਨੇ ਦੇ ਦਿੱਤਾ। ਕਾਰਨ ਕੀ ਸੀ? ਕਹਿੰਦੇ ਇੱਕ ਤਾਂ ਇਹ ਤੁਹਾਡਾ ਕਲਮਾ ਪੜ੍ਹਨ ਤੋਂ ਆਕੀ ਹੋਇਆ, ਦੂਜਾ ਇਹਨਾਂ ਨੇ ਸ਼ਰ੍ਹਾਂ ਦੇ ਉਲਟ ਗੱਲਾਂ ਕੀਤੀਆਂ, ਤੀਜਾ ਜਿਹੜਾ ਹੈ ਖੂਨ ਦੇ ਬਦਲੇ ਖੂਨ ਦੇਣਾ ਪੈਂਦਾ, ਆਪਾਂ ਉਹ ਕੰਮ ਹੀ ਨਹੀਂ ਕਰਨਾ, ਇਹਨਾਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੰਦੇ ਆ। 2 ਵਾਰੀ ਫਿਰ ਆਪ ਜੀ ਨੂੰ ਪਤਾ ਹੈ, ਕਹਿੰਦੇ ਨਵਾਬ ਨੇ ਹੁਕਮ ਦੇ ਦਿੱਤਾ ਕਿ ਜਿਹੜੀ ਦੀਵਾਰ ਆ ਸਿੱਧੀ ਚੜ੍ਹਨੀ ਆ। ਔਰ ਗੋਡਿਆਂ 'ਤੇ ਜਦੋਂ ਆਏ, ਗੋਡਿਆਂ ਦੀਆਂ ਖੋਪਰੀਆਂ ਲਾਹ ਦਿੱਤੀਆਂ ਗਈਆਂ, ਪਰ ਦੀਵਾਰ ਦੀ ਇੱਟ ਨਹੀਂ ਭੰਨੀ ਗਈ। ਔਰ ਇਸੇ ਪ੍ਰਕਾਰ ਅਖੀਰ ਜਦੋਂ 2 ਵਾਰੀ ਕੰਧ ਡਿੱਗੀ ਆ, ਆਖਰੀ ਵਾਰ ਜਦੋਂ ਕੰਧ ਡਿੱਗੀ ਆ, ਫਿਰ ਸ਼ਾਸਲ ਵੇਗ ਅਤੇ ਵਾਸ਼ਲ ਵੇਗ ਉਹਨਾਂ ਨੂੰ ਸੱਦਿਆ ਗਿਆ ਵੀ ਤੁਹਾਡੀ ਜਿਹੜੀ ਆ ਸਾਰੀ ਉਮਰ ਦੀ ਕੈਦ ਮਾਫ ਕਰ ਦਿੰਦੇ ਆ, ਤੁਸੀਂ ਇਹਨਾਂ ਨੂੰ ਜਬ੍ਹਾ ਕਰੋ। ਜਬ੍ਹਾ ਕਰਨਾ ਕੀ ਹੁੰਦਾ? 2 ਜਾਣੇ ਕਰਦੇ ਆ, ਇੱਕ ਪੈਰਾਂ ਤੋਂ ਫੜ ਲੈਂਦਾ ਘੁੱਟ ਕੇ, ਦੂਸਰਾ ਜਿਹੜਾ ਹੈ ਉਹ ਇੱਥੇ ਮੋਢੇ ਦੇ ਉੱਤੇ ਗੋਡਾ ਰੱਖਦਾ ਤੇ
ਖੱਬੇ ਹੱਥ ਦੇ ਨਾਲ ਜੋ ਤੇ ਕੇਸ ਹੁੰਦੇ ਆ ਉਹਨੂੰ ਫੜਦਾ ਤਾਂ ਉਹਨੂੰ ਚੱਕਦਾ, ਤੇ ਸੱਜੇ ਹੱਥ ਦੇ ਨਾਲ ਛੁਰੀ ਸਹਿਜੇ ਪੜ੍ਹਦਾ ਤੇ ਨਾਲ ਕਲਮਾ ਪੜ੍ਹਦਾ, ਉਹਨੂੰ ਕਿਹਾ ਜਾਂਦਾ ਜਿਵਾ ਕੀਤਾ ਗਿਆ। ਇਹ ਹਾਲ ਆ ਜੀ। ਤਾਂ ਤੇ ਇਸੇ ਪ੍ਰਕਾਰ ਭਾਈ ਦੂਨਾ ਸਿੰਘ ਹੋਰਾਂ ਨੇ ਲਿਖਣਾ ਕੀਤਾ ਕਿ ਜਿਹੜਾ ਬਾਬਾ ਜ਼ੋਰਾਵਰ ਸਿੰਘ ਸਨ, ਇਹ ਤਾਂ ਜਦੋਂ ਉਸ ਨੇ ਜਿਵਾ ਕੀਤਾ ਉਸੇ ਵੇਲੇ ਉਹਨਾਂ ਦੇ ਪ੍ਰਾਣ ਛੁੱਟ ਗਏ। ਪਰ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੀ ਉਮਰ 7 ਸਾਲ ਸੀ ਤੇ ਅੱਧੀ ਘੜੀ 15 ਮਿੰਟ ਦਾ ਸਮਾਂ ਉਹ ਤੜਫਦੇ ਰਹੇ। ਉਸ ਤੋਂ ਬਾਅਦ ਉਂਝ ਲਵਾਰਸ ਲਾਸ਼ਾਂ ਸਿੱਟ ਦਿੱਤੀਆਂ ਗਈਆਂ ਤਾਂ ਜੋ ਕਾਂ ਕੁੱਤੇ ਜਿਹੜੇ ਜੰਗਲੀ ਜਾਨਵਰ ਖਾ ਲੈਣ। ਪਰ ਧੰਨ ਹਨ ਬਾਬਾ ਟੋਡਰ ਮੱਲ ਜੀ, ਜਿਨ੍ਹਾਂ ਨੇ ਖੜੀਆਂ ਮੋਹਰਾਂ ਵਿਛਾ ਕੇ 6x4 ਦਾ ਥਾਂ ਖਰੀਦ ਕੇ ਉੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਜਿਹਦਾ ਨਾਮ ਜੋਤੀ ਸਰੂਪ ਹੈ। ਔਰ ਇਸੇ ਪ੍ਰਕਾਰ ਅੱਜ ਦੇਖਦੇ ਹਾਂ ਉੱਥੇ ਬਸ ਨਹੀਂ, ਅਗਾਂਹ ਉਹਨਾਂ ਨੇ ਅਸਤ ਜਿਹੜਾ ਸਨ ਉਹ ਸਾਹਿਬਜ਼ਾਦਿਆਂ ਦੇ ਤੇ ਜੋ ਹਨ ਮਾਤਾ ਜੀ ਦੇ ਉਹ ਔਲੋ ਅਰਖ ਗੁਰਦੁਆਰਾ, ਉੱਥੇ ਲਿਜਾ ਕੇ ਰਾਤੋਂ ਰਾਤ ਠੰਡਾ ਕਰਕੇ ਤੇ ਫਿਰ ਉੱਥੇ ਪਹੁੰਚਾਉਣਾ ਕੀਤੇ ਆ। ਬੜੀ ਦਰਦਨਾਕ ਗਾਥਾ ਹੈ। ਔਰ ਅਖੀਰ ਵਿੱਚ ਮੈਂ ਤਕਰੀਬਨ ਕਾਫੀ ਸਮਾਂ ਆਪਦਾ ਲੈ ਗਿਆ। ਔਰ ਆਪਾਂ ਨੂੰ ਇਹ ਦਿਨ ਯਾਦ ਰੱਖਣੇ ਚਾਹੀਦੇ ਆ, ਮਹਿਸੂਸ ਕਰਨਾ ਚਾਹੀਦਾ। ਆਪਾਂ ਜਿਹੜੇ ਆ, ਹਰ ਬੰਦਾ ਜਿਸ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਉਹ ਆਪਣੇ ਧਰਮ ਵਿੱਚ ਪੱਕਾ ਰਹਿਣਾ ਚਾਹੀਦਾ। ਔਰ ਜਿਹੜਾ ਆਪਣੇ ਧਰਮ ਵਿੱਚ ਪੱਕਾ, ਉਹ ਆਪਣੀ ਕੌਮ ਦਾ ਵੀ ਪੱਕਾ ਵਫਾਦਾਰ ਆ, ਦੇਸ਼ ਦਾ ਵੀ ਵਫਾਦਾਰ ਆ, ਔਰ ਉਹ ਕੌਮ ਦਾ ਵੀ ਵਫਾਦਾਰ ਆ। ਜਿਹੜਾ ਆਪਣੇ ਧਰਮ ਦਾ ਹੀ ਪੱਕਾ ਨਹੀਂ, ਉਹ ਨਾ ਆਪਣੇ ਪਰਿਵਾਰ ਦੇ ਨਾਲ ਉਹ ਵਫਾਦਾਰ ਹੈ, ਨਾ ਦੇਸ਼ ਦਾ, ਨਾ ਸੰਸਾਰ ਦਾ ਹੀ ਆ। ਇੱਥੇ ਤਾਂ ਸੋ ਸਾਨੂੰ ਸਾਰਿਆਂ ਨੂੰ ਆਪਣੇ ਧਰਮ 'ਤੇ ਪੱਕੇ ਰਹਿਣਾ ਚਾਹੀਦਾ। ਔਰ ਇਹ ਜੋ ਸਰਵੰਸ ਗੁਰੂ ਮਹਾਰਾਜ ਜੀ ਨੇ ਵਾਰਨਾ ਕੀਤਾ, ਕਿਸ ਵਾਸਤੇ ਵਾਰਿਆ? ਸਾਡੀ ਖਾਤਰ। ਆ ਜੋ ਕੁਛ ਆਪਾਂ ਅੱਜ ਕਰ ਰਹੇ ਹਾਂ, ਮੰਦਰਾਂ ਵਿੱਚ ਟੱਲ ਵੱਜ ਰਹੇ ਆ, ਕਿਤੇ ਗਿਰਜੇ ਆ, ਕਿਤੇ ਇਸੇ ਪ੍ਰਕਾਰ ਗੁਰਦੁਆਰੇ ਬਣੇ ਆ, ਇਹ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਬਦੌਲਤ ਹੈ। ਸਰਬੰਸ ਸਤਾਨੀ ਤਾਦੀ ਗੁਰਦੇਵ ਜੀ ਨੂੰ ਕਿਹਾ ਜਾਂਦਾ। ਸੋ ਇਸ ਕਰਕੇ ਇਹ ਜੋ ਗਾਥਾਵਾਂ ਪੜ੍ਹਨੀਆਂ ਹੋਣ, ਸਰਦਾਰ ਭੁਪਿੰਦਰ ਸਿੰਘ ਹੋਰਾਂ ਨੇ ਚਮਕੌਰ ਦੀ ਗੜੀ ਤੋਂ ਲੈ ਕੇ ਸਰਹੰਦ ਦੀ ਦਰਬਾਰ ਤੱਕ ਤਕਰੀਬਨ 200 ਪੰਨੇ ਦੀ 7 ਰਾਤਾਂ ਦੀ ਦਾਸਤਾਨ ਲਿਖੀ ਹੈ। ਉਹ ਇੰਗਲਿਸ਼ ਵਿੱਚ ਵੀ ਹੈ, ਪੰਜਾਬੀ ਵਿੱਚ ਵੀ ਆ। ਜਿੰਨੀਆਂ ਚਾਹੀਦੀਆਂ ਹੋਣ ਆਪ ਲਿਜਾ ਸਕਦੇ ਹੋ। ਹੋਰ ਵੀ ਬਹੁਤ ਸਾਰਾ ਲਿਟਰੇਚਰ ਆ, ਤਕਰੀਬਨ 35-36 ਪੁਸਤਕਾਂ ਹਨ, ਛੋਟੇ ਪੰਫਲੇਟ ਵੀ ਹਨ, ਲਾਇਬ੍ਰੇਰੀ ਵਿੱਚ ਹਨ। ਸੋ ਉਹਨਾਂ ਤੋਂ ਜਿਹੜੇ ਜਿਹੜੇ ਚਾਹੀਦੇ ਤੁਸੀਂ ਲਿਜਾ ਸਕਦੇ ਹੋ। ਔਰ ਇਹਨਾਂ ਦਿਨਾਂ ਵਿੱਚ ਖਾਸ ਕਰਕੇ ਸਾਨੂੰ ਹਦਾਇਤ ਵੀ ਆ, ਔਰ ਅਸੀਂ ਵੀ ਕਈ ਸਾਲਾਂ ਤੋਂ ਬੇਨਤੀ ਕਰਦੇ ਆ ਰਹੇ ਹਾਂ, ਇਹਨਾਂ ਦਿਨਾਂ ਵਿੱਚ ਨਾ ਤਾਂ ਵਿਆਹ ਰੱਖੇ ਜਾਂਦੇ ਆ, ਕੋਈ ਖੁਸ਼ੀ ਦਾ ਸਮਾਗਮ ਨਹੀਂ ਕੀਤਾ ਜਾਂਦਾ, ਕਿਉਂਕਿ ਫਤਿਹਗੜ੍ਹ ਸਾਹਿਬ ਦੀ ਸਭਾ ਵਿਛਦੀ ਹੁੰਦੀ ਸੀ। ਸਭਾ ਹੁੰਦਾ ਜਿਵੇਂ ਆਪਾਂ ਸੋਗ ਦੇ ਵਿੱਚ ਬਹਿਨੇ ਦਰੀਆਂ ਵਿਛਾ ਕੇ, ਰਾਤ ਨੂੰ ਹਰ ਤਕਰੀਬਨ ਇੱਥੇ ਸਾਡੇ ਏਰੀਏ ਵਿੱਚ ਵੀ ਹੁਣ ਤਕਰੀਬਨ ਇਹ ਲੋਕਾਂ ਨੇ ਮੰਨਣਾ ਆਰੰਭ ਕਰ ਦਿੱਤਾ, ਰਾਤ ਨੂੰ ਘੱਟੋ ਘੱਟ ਆਪਾਂ ਜੇ ਹੋਰ ਨਹੀਂ ਹੋ ਸਕਦਾ ਤੇ ਆਪਾਂ ਹੇਠਾਂ ਤਲਾਈ ਵਿਛਾ ਕੇ ਆਪਣੇ ਮੰਜਿਆਂ ਤੋਂ ਭੁੰਜੇ ਆਸਣ ਲਾ ਕੇ ਉਹਨਾਂ ਦੀ ਯਾਦ ਵਿੱਚ ਕੇਵਲ ਤੇ ਕੇਵਲ ਇੰਨਾ ਜ਼ਰੂਰ ਉਹਨਾਂ ਨੂੰ ਪ੍ਰਣਾਮ ਕਰੀਏ। ਔਰ ਇਹਨਾਂ ਦਿਨਾਂ ਵਿੱਚ ਕੋਈ ਨਸ਼ਾ, ਕੋਈ ਹੋਰ, ਕੋਈ ਟੋਲ ਟਮੱਕਾ ਜਾਂ ਕੋਈ ਖੁਸ਼ੀ ਦਾ ਕੋਈ ਕਾਰਜ ਨਹੀਂ ਕਰਨਾ ਚਾਹੀਦਾ। ਹੁਣ ਵੀ ਬਹੁਤ ਸਮੇਂ ਤੋਂ ਬਾਅਦ ਇਹ ਹੁਣ ਆਇਆ, ਉੱਥੇ ਵੀ ਹਦਾਇਤ ਕਰ ਦਿੱਤੀ ਆ, ਕਿਉਂਕਿ ਪਿਛਲੇ ਸਮੇਂ ਵਿੱਚ ਇਸ ਜੋੜ ਮੇਲੇ ਨੂੰ ਇੱਕ ਹੋਰ ਕਿਸਮ ਦੀ ਰੰਗਤ ਦਿੱਤੀ ਗਈ ਸੀ, ਜਿੱਥੇ 36 ਪ੍ਰਕਾਰ ਦੇ ਭੋਜਨ, ਕਦੀ ਪੀਜ਼ਾ, ਕਿਤੇ ਜਲੇਬੀਆਂ, ਕਿਤੇ ਖੀਰਾਂ। ਪਰ ਆਪਾਂ ਦੇਖਦੇ ਹਾਂ ਜਦੋਂ ਘਰ ਵਿੱਚ ਸਾਡੇ 7 ਸਾਲ 9 ਸਾਲ ਔਰ 13 ਸਾਲ ਤੇ 17 ਸਾਲ ਦੇ ਬੱਚੇ ਕਿਸੇ ਦੇ 7 ਦਿਨਾਂ ਦੇ ਵਿੱਚ ਇਸ ਸੰਸਾਰ ਤੋਂ ਤੁਰ ਗਏ ਹੋਣ, ਕੀ ਉਹ ਇਹ ਕੰਮ ਕਰੇਗਾ? ਨਹੀਂ। ਸੋ ਇਸ ਕਰਕੇ ਆਪਾਂ ਸਾਰਿਆਂ ਨੂੰ ਇੱਧਰ ਧਿਆਨ ਦੇਣਾ ਚਾਹੀਦਾ। ਗੁਰੂ ਪਾਤਸ਼ਾਹ ਰਹਿਮਤ ਕਰਨ। ਮੈਂ ਮੁੜ ਦੁਬਾਰਾ ਪ੍ਰਿੰਸੀਪਲ ਸਾਹਿਬ ਦਾ, ਸਾਰੇ ਸਟਾਫ ਦਾ, ਆਪ ਸਾਰਿਆਂ ਵਿਦਿਆਰਥੀਆਂ ਦਾ ਅਤੇ ਡਿਪਸ ਸਕੂਲ ਦੇ ਮੈਨੇਜਮੈਂਟ ਕਮੇਟੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਬੱਚਿਆਂ ਨੂੰ ਧਾਰਮਿਕ ਪਾਸੇ ਲਾਉਣ ਦਾ ਇਹ ਯਤਨ ਕੀਤਾ। ਔਰ ਧਰਮ ਦਾ ਮਤਲਬ ਇਹ ਨਹੀਂ ਵੀ ਕੋਈ ਆਪਾਂ ਰਿਚੁਅਲ ਕਰਮਕਾਂਡ ਕਰਨਾ। ਧਰਮ ਦਾ ਅਰਥ ਹੈ ਫਰਜ਼। ਸਾਡਾ ਮਾਂ ਬਾਪ ਪ੍ਰਤੀ ਕੀ ਫਰਜ਼ ਆ, ਸਾਡਾ ਸਮਾਜ ਪ੍ਰਤੀ ਕੀ ਫਰਜ਼ ਆ,
ਸਾਡਾ ਟੀਚਰਾਂ ਪ੍ਰਤੀ ਕੀ ਫਰਜ਼ ਆ, ਸਾਡਾ ਆਪਸੀ ਭਰਾਵਾਂ ਪ੍ਰਤੀ ਕੀ ਫਰਜ਼ ਆ। ਹਰ ਇੱਕ ਦੇ ਸਾਡੇ ਆਪੋ ਆਪਣੇ ਫਰਜ਼ ਆ। ਸਾਡਾ ਆਤਮਿਕ ਤੌਰ 'ਤੇ ਸਾਡਾ ਫਰਜ਼ ਕੀ ਆ? ਪ੍ਰਮਾਤਮਾ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਹੈ ਅਤੇ ਉਹਦੇ ਵਾਸਤੇ ਆਪਾਂ ਕੀ ਕਰਨਾ? ਪ੍ਰਮਾਤਮਾ ਦਾ ਨਾਮ ਜਪਣਾ, ਪ੍ਰੇਰ ਕਰਨੀ ਹੈ, ਬਾਣੀ ਨੂੰ ਪੜ੍ਹਨਾ ਔਰ ਆਪਣੇ ਇਸੇ ਪ੍ਰਕਾਰ ਚੰਗਾ ਉੱਚਾ ਸੁੱਚਾ ਜੀਵਨ ਬਤੀਤ ਕਰਨਾ, ਤਾਂ ਹੀ ਇਹ ਇੱਥੇ ਆਉਣਾ ਤੁਹਾਡਾ ਸਫਲ ਹੈ। ਸੋ ਭਾਈ ਭੁਪਿੰਦਰ ਸਿੰਘ ਹੋਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ 2 ਮਿੰਟ ਦੇ ਸਮੇਂ ਵਿੱਚ ਥੋੜ੍ਹਾ ਸੰਖੇਪ ਕਰਕੇ ਫਿਰ ਬਾਕੀ ਜਿਹੜਾ ਪ੍ਰੋਗਰਾਮ ਹੈ ਉਹ ਆਪ ਜੀ ਨੇ ਲੰਗਰ ਵੀ ਤਿਆਰ ਹੈ, ਕੜਾਹ ਪ੍ਰਸ਼ਾਦ ਜੀ ਦੀ ਦੇਗ ਵੀ ਇੱਥੇ ਵਰਤਣੀ ਹੈ। ਸੋ ਫਿਰ ਮੁੜ ਕੇ ਗੁਰੂ ਮਹਾਰਾਜ ਜੀ ਦਾ ਧੰਨਵਾਦ, ਆਪ ਸਮੂਹ ਟੀਚਰ ਸਾਹਿਬਾਨ ਦਾ, ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ। ਬੜਾ ਸ਼ਲਾਘਾਯੋਗ ਉਦਮ ਹੈ, ਕਿਉਂਕਿ ਸਕੂਲਾਂ ਵਿੱਚ ਹਿਸਾਬ ਪੜ੍ਹਾਇਆ ਜਾਣਾ, ਮੈਥੇਮੈਟਿਕ, ਉਸ ਤੋਂ ਬਾਅਦ ਸਾਇੰਸ ਪੜ੍ਹਾਈ ਜਾਣੀ ਆ। ਇਹ ਦੁਨਿਆਵੀ ਕਾਰ ਵਿਹਾਰ, ਪਰ ਇੱਕ ਚੰਗੇ ਇਨਸਾਨ ਕਿਵੇਂ ਬਣਨਾ ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਮਿਲਣੀ ਹੈ। ਸੋ ਤੁਹਾਡੇ ਸਾਰੇ ਬੱਚਿਆਂ ਦੇ ਚੰਗੇ ਭਾਗ ਹੈ ਜਿਨ੍ਹਾਂ ਨੇ ਟੀਚਰਾਂ ਨੇ ਇਹ ਉਪਰਾਲਾ ਤੁਹਾਨੂੰ ਚੰਗੇ ਇਨਸਾਨ ਬਣਨ ਵਾਸਤੇ ਇਹ ਕੀਤਾ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਦਾਸ ਦੀ ਬੇਨਤੀ ਹੈ, ਸਤਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਔਰ ਸਕੂਲ ਨੂੰ, ਸਟਾਫ ਨੂੰ, ਪ੍ਰਿੰਸੀਪਲ ਸਾਹਿਬ ਅਤੇ ਮੈਨੇਜਮੈਂਟ ਕਮੇਟੀ ਨੂੰ ਮਹਾਰਾਜ ਹੋਰ ਦਿਨ ਦੂਣੀ ਰਾਤ ਚੌਗਣੀ ਉੱਨਤੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ। ਸੋ ਆਪ ਜੀ ਨੇ ਇਸ ਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਪਾਸੋਂ ਇਹ ਜੋ ਇਹਨਾਂ ਦਿਨਾਂ ਦੀ ਦਾਸਤਾਨ ਹੈ ਉਹ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਬੜੇ ਹੀ ਪ੍ਰਭਾਵਪੂਰਵਕ ਸ਼ਬਦਾਂ ਵਿੱਚ ਸਰਵਣ ਕੀਤੀ ਹੈ। ਸੋ ਆਪਣਾ ਜੋ ਇਤਿਹਾਸ ਹੈ ਉਸ ਨੂੰ ਦੁਬਾਰਾ ਤੁਸੀਂ ਆਪਣੇ ਜ਼ਿਹਨ ਵਿੱਚ ਤਰੋ ਤਾਜ਼ਾ ਕੀਤਾ ਹੈ। ਸੋ ਬਾਬਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਹੁਣ ਇੱਥੇ ਤਕਰੀਬਨ ਪ੍ਰੋਗਰਾਮ ਦੀ ਸਮਾਪਤੀ ਹੈ। ਸੋ ਆਪ ਸਾਰਿਆਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਜੋ ਹੈ ਉਹ ਪ੍ਰਸ਼ਾਦ ਜੋ ਹੈ ਉਹ ਲੈ ਕੇ ਫਿਰ ਬੜੇ ਸਹਿਜ ਵਿੱਚ, ਰੌਲਾ ਰੱਪਾ ਨਹੀਂ ਪਾਉਣਾ, ਬਹੁਤ ਹੀ ਪਿਆਰ ਸਹਿਤ ਹੌਲੀ ਹੌਲੀ ਇੱਧਰ ਬਾਹਰ ਨਿਕਲੋਗੇ ਅਤੇ ਸੱਜੇ ਪਾਸੇ ਥੱਲੇ ਪੌੜੀਆਂ ਉਤਰ ਕੇ ਲੰਗਰ ਹੈ, ਉੱਥੇ ਲੰਗਰ ਛਕ ਕੇ ਫਿਰ ਜਿਵੇਂ ਵੀ ਪ੍ਰੋਗਰਾਮ ਹੈ ਉਹ ਆਪ ਜੀ ਨੂੰ ਭੈਣ ਜੀ ਹੁਣੀ ਦੱਸ ਦੇਣਗੇ। ਸੋ ਉਸ ਅਨੁਸਾਰ ਤੁਸੀਂ ਇੱਥੋਂ ਵਿਦਾਇਗੀ ਲੈਣੀ ਹੈ। ਜਿਵੇਂ ਬਾਬਾ ਜੀ ਨੇ ਦੱਸਿਆ ਸੀ ਕਿ ਇਸ ਸਾਕੇ ਦੇ ਨਾਲ ਸੰਬੰਧਿਤ ਪੁਸਤਕਾਂ ਵੀ ਹਨ, ਉਹ ਆਪਾਂ ਸਕੂਲ ਵਿੱਚ ਪਹੁੰਚਾ ਵੀ ਦੇਵਾਂਗੇ ਜਿੰਨੀ ਵੀ ਗਿਣਤੀ ਵਿੱਚ ਆਪ ਜੀ ਨੂੰ ਚਾਹੀਦੀਆਂ ਹਨ। ਇਸ ਤੋਂ ਇਲਾਵਾ ਉੱਪਰ ਇੱਥੇ ਬਾਬਾ ਜੀ ਨੇ ਉੱਦਮ ਕੀਤਾ ਹੈ ਕਿ ਬਹੁਤ ਵੱਡਾ ਇੱਕ ਮਿਊਜ਼ੀਅਮ, ਇੱਕ ਅਜਾਇਬ ਘਰ ਵੀ ਸਥਾਪਿਤ ਕੀਤਾ ਗਿਆ ਹੈ। ਉਹਦੇ ਵਿੱਚ ਸਾਰੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੇਂਟਿੰਗਸ ਜੋ ਹਨ ਅਤੇ ਉਹਨਾਂ ਦੀ ਕੈਪਸ਼ਨਸ ਥੱਲੇ ਲਾ ਕੇ ਉਹਦੇ ਬਾਰੇ ਜਾਣਕਾਰੀ ਜੋ ਹੈ ਉਹ ਵੀ ਦਿੱਤੀ ਹੈ। ਆਪ ਜੀ ਦੇ ਸਮੇਂ ਦਾ ਪਤਾ ਨਹੀਂ, ਪਰ ਜੇ ਕਦੇ ਫਿਰ ਪ੍ਰੋਗਰਾਮ ਬਣਾਉਣਾ ਹੋਵੇ ਜਾਂ ਉੱਥੇ ਤੁਸੀਂ ਬੱਚਿਆਂ ਨੂੰ ਉਸ ਮਿਊਜ਼ੀਅਮ ਵਿੱਚ, ਅਜਾਇਬ ਘਰ ਵਿੱਚ ਉਹ ਵੀ ਦਰਸ਼ਨ ਕਰਵਾ ਸਕਦੇ ਹੋ। ਉੱਥੇ ਵੀ ਆਪ ਜੀ ਆਪਣੇ ਸਿੱਖ ਇਤਿਹਾਸ ਦੀ ਜੋ ਤਸਵੀਰਾਂ ਦੇ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਤੋਂ ਇਲਾਵਾ ਉੱਥੇ ਇੱਕ ਆਡੀਟੋਰੀਅਮ ਵੀ ਬਣਾਇਆ ਹੋਇਆ ਹੈ ਜਿਹਦੇ ਵਿੱਚ 400-500 ਦੀ ਕਪੈਸਿਟੀ ਹੈ। 5 ਫਿਲਮਾਂ ਜੋ ਨੇ ਪੰਜਾਬੀ ਮੂਵੀਜ਼, ਧਾਰਮਿਕ ਕਹਿ ਲਈਏ ਅਤੇ ਵੱਖੋ ਵੱਖਰੇ ਵਿਸ਼ਿਆਂ ਦੇ ਨਾਲ ਸੰਬੰਧਿਤ, ਉਹ ਵੀ ਬਣਾਈਆਂ ਗਈਆਂ ਨੇ। ਉਹ ਵੀ ਸਕੂਲ ਤੱਕ ਅਸੀਂ ਪਹੁੰਚਾ ਦਿਆਂਗੇ ਜੇ ਇਹਨਾਂ ਨੇ ਸਕੂਲ ਦੇ ਆਡੀਟੋਰੀਅਮ ਵਿੱਚ ਦਿਖਾਉਣੀਆਂ ਹੋਣ, ਜਾਂ ਕਦੇ ਫਿਰ ਇਨ ਫਿਊਚਰ ਕੋਈ ਪ੍ਰੋਗਰਾਮ ਬਣਾਉਣਾ ਹੋਵੇ ਇੱਥੇ ਆਡੀਟੋਰੀਅਮ ਵਿੱਚ ਵੀ ਉਹ ਆਪ ਜੀ ਦੇਖ ਸਕਦੇ ਹੋ। YouTube ਦੇ ਉੱਤੇ ਵੀ ਹਨ। ਰਾਮਪੁਰ ਖੇੜਾ ਤੁਸੀਂ ਸਰਚ ਵਿੱਚ ਪਾਓਗੇ ਅਤੇ ਉੱਥੇ ਪਲੇ ਲਿਸਟ ਦੇ ਵਿੱਚ ਉਹ 5 ਮੂਵੀਆਂ ਵੀ ਉੱਥੇ ਜੋ ਹੈ ਉਹ ਆ ਜਾਣਗੀਆਂ। ਉਹ ਤੁਸੀਂ ਆਪਣੇ ਚੋਇਸ ਮੁਤਾਬਕ ਦੇਖ ਸਕਦੇ ਹੋ, ਵੱਖੋ ਵੱਖਰੇ ਸਬਜੈਕਟ ਦੇ ਉੱਤੇ ਹਨ। ਸੋ ਜਿਵੇਂ ਵੀ ਅਗਲਾ ਪ੍ਰੋਗਰਾਮ ਹੈ ਸੋ ਮੈਂ ਮੈਡਮ ਨੂੰ ਬੇਨਤੀ ਕਰਾਂਗਾ ਕਿ ਦੱਸ ਦਿੱਤਾ ਜਾਵੇ ਜੀ। ਸੋ ਫਿਰ ਤੋਂ ਬੜੇ ਸਹਿਜ ਵਿੱਚ, ਪਿਆਰ ਵਿੱਚ, ਸ਼ਾਂਤੀ ਨਾਲ ਸਾਰੇ ਬਾਬਾ ਜੀ ਦੇ ਵਿਚਾਰ ਸੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਜਿੱਥੇ ਇੰਨਾ ਸਮਾਂ ਤੁਸੀਂ ਕੁਆਇਟ ਰਹਿ ਕੇ, ਚੁੱਪ ਰਹਿ ਕੇ, ਬੜਾ ਧਿਆਨ ਲਾ ਕੇ ਸਾਰੀ ਗੱਲਬਾਤ ਸੁਣੀ ਹੈ। ਪ੍ਰਸ਼ਾਦ ਵੀ ਜੋ ਹੈ ਉਹ ਬੜੇ ਸਹਿਜ ਵਿੱਚ, ਬਿਨਾਂ ਗੱਲਾਂ ਬਾਤਾਂ ਕੀਤਿਆਂ ਬੱਚੇ ਉਹ ਚੁੱਪ ਕਰਕੇ ਲੈਣ ਦੀ ਕਿਰਪਾਲਤਾ ਕਰੋ, ਕਿਉਂਕਿ ਗੁਰੂ ਮਹਾਰਾਜ ਦੇ ਹਜ਼ੂਰੀ ਵਿੱਚ ਆਪਾਂ ਰੌਲਾ ਨਹੀਂ ਪਾਉਣਾ। ਇਹੋ ਹੀ ਆਪਾਂ ਸਿੱਖਣਾ ਹੈ। ਐਟੀਕੇਟਸ ਜਾਂ ਬੈਠਣ ਉੱਠਣ ਦੇ ਤੌਰ ਤਰੀਕੇ ਹਰ ਜਗ੍ਹਾ ਦੇ ਹੁੰਦੇ ਨੇ। ਸੋ ਜਿਵੇਂ ਕਲਾਸਰੂਮ ਵਿੱਚ ਤੁਸੀਂ ਬੜਾ ਚੁੱਪ ਕਰਕੇ ਆਪਣੇ ਅਧਿਆਪਕ ਦੀ ਗੱਲ ਸੁਣਦੇ ਹੋ, ਇੱਥੇ ਸਾਡੇ ਗੁਰਦੇਵ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਹੈ।
ਸੋ ਇੱਥੇ ਆਪਾਂ ਗੱਲਾਂ ਬਾਤਾਂ ਨਹੀਂ ਕਰਨੀਆਂ, ਬੜੇ ਸਹਿਜ ਨਾਲ ਪ੍ਰਸ਼ਾਦ ਲੈ ਕੇ ਤੁਸੀਂ ਲੰਗਰ ਜੋ ਹੈ ਛਕਣਾ ਹੈ। ਸੋ ਮੁੜ ਤੋਂ ਆਪ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।